ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਪ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਆਪਾਂ 12 ਨੰਬਰ ਪੌੜੀ ਤੱਕ ਵਿਚਾਰ ਸਰਵਣ ਕਰ ਚੁੱਕੇ ਹਾਂ। ਅੱਜ ਆਪਾਂ 13 ਨੰਬਰ ਪੌੜੀ ਦੀ ਵਿਚਾਰ ਆਰੰਭ ਕਰਨੀ ਹੈ, ਜਿਸ ਦਾ ਪਾਠ ਆਪਾਂ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ। ਜਿਵੇਂ ਕਿ ਆਪਾਂ ਪਹਿਲਾਂ ਵਿਚਾਰ ਸਾਂਝੇ ਕਰ ਚੁੱਕੇ ਹਾਂ ਕਿ ਗੁਰਦੇਵ ਜੀ ਨੇ ਸਾਨੂੰ ਸੁਣ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਜੋ ਸਿੱਖਿਆ ਪ੍ਰੇਰਨਾ ਬਖਸ਼ਿਸ਼ ਕੀਤੀ ਹੈ, ਕਿ ਗੁਰਦੇਵ ਮਹਾਰਾਜ ਜੀ ਦੇ ਇਹਨਾਂ ਪਾਵਨ ਬਚਨਾਂ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਸੁਣ ਕੇ ਸਮਝ ਕੇ ਲਾਗੂ ਕਰਕੇ ਆਪਣੀ ਜ਼ਿੰਦਗੀ ਨੂੰ ਸੁਚੱਜਾ ਬਣਾਉਣਾ ਹੈ। 4 ਪੌੜੀਆਂ ਜਿਨ੍ਹਾਂ ਵਿੱਚ ਸੁਣ ਅਤੇ ਸਮਝਣ ਦੀ ਵਿਚਾਰ ਨੂੰ ਸਤਿਗੁਰੂ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਸਾਡੇ ਸਾਹਮਣੇ ਰੱਖਿਆ ਹੈ। 8 ਨੰਬਰ, 9 ਨੰਬਰ, 10 ਨੰਬਰ ਅਤੇ 11 ਨੰਬਰ 4 ਪੌੜੀਆਂ ਵਿੱਚ ਗੁਰਦੇਵ ਜੀ ਨੇ ਸੁਣਨ ਵਾਲੀਆਂ ਵਿਚਾਰਾਂ, ਭਾਵ ਸਮਝਣ ਵਾਲੀਆਂ ਵਿਚਾਰਾਂ ਜਿਹੜੀਆਂ ਸਾਨੂੰ ਬਖਸ਼ਿਸ਼ ਕੀਤੀਆਂ ਨੇ, ਵੀ ਸੁਣਨਾ, ਸਮਝਣਾ ਅਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਿਵੇਂ ਕਰਨਾ, ਆਪਾਂ 12 ਨੰਬਰ ਪੌੜੀ ਵਿੱਚ ਸਰਵਣ ਕਰ ਚੁੱਕੇ ਹਾਂ। 12 ਨੰਬਰ ਪੌੜੀ ਦੀ ਜਦੋਂ ਆਪਾਂ ਆਰੰਭਤਾ ਕਰਦੇ ਹਾਂ, ਮੰਨੇ ਕੀ ਗਤ ਕਹੀ ਨਾ ਜਾਏ, ਉੱਥੇ ਇੱਕ ਲਾਂ ਹੈ ਜਿਹਦਾ ਅਰਥ ਆਪਾਂ ਪਹਿਲਾਂ ਵੀ ਸਾਂਝਾ ਕਰ ਚੁੱਕੇ ਹਾਂ। ਮੈਂ ਦੁਬਾਰਾ ਰਿਪੀਟ ਕਰ ਦਿੰਦਾ ਵੀ ਮੰਨੇ ਦਾ ਅਰਥ ਜਿਸ ਨੇ ਆਪਣੇ ਗੁਰੂ ਪਰਮੇਸ਼ਰ ਦੀ ਗੱਲ ਮੰਨ ਲਈ ਹੈ, ਐਸਾ ਨਾਮ ਨਿਰੰਜਨ ਹੋਏ। ਕਹਿੰਦੇ ਉਹਦੀ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਉਸ ਤੋਂ ਬਾਅਦ ਇਹ ਜਿਹੜੀਆਂ 3 ਪੌੜੀਆਂ ਨੇ, ਇਹਨਾਂ ਵਿੱਚ ਦਲਾਵਾਂ ਨੇ। ਮੰਨੈ ਭਾਵ ਜੇ ਕੋਈ ਗੁਰੂ ਦੀ, ਪਰਮੇਸ਼ਰ ਦੀ ਗੱਲ ਮੰਨ ਲਵੇ, ਭਾਵ ਐਸਾ ਨਾਮ ਨਿਰੰਜਨ ਹੋਏ, ਇਸ ਨਾਮ ਨੂੰ ਆਪਣੇ ਅੰਦਰ ਪੱਕਿਆਂ ਕਰ ਲਵੇ, ਮੰਨ ਲਵੇ। ਮੰਨੈ ਸੁਰਤ ਹੋਵੈ ਮਨ ਬੁੱਧ, ਜੇ ਕੋਈ ਇਸ ਗੱਲ ਨੂੰ ਮੰਨ ਲਵੇ ਤਾਂ। ਜਿਵੇਂ ਆਪਾਂ ਪਹਿਲੀਆਂ ਪੌੜੀਆਂ ਦੀਆਂ ਵਿਚਾਰਾਂ ਅਖੀਰਲੀਆਂ ਤੁਕਾਂ ਤੋਂ ਆਰੰਭ ਕਰਦੇ ਆ ਰਹੇ ਹਾਂ, ਇਹ ਜਿਹੜੀਆਂ 4 ਪੌੜੀਆਂ ਨੇ, ਇਹਨਾਂ ਦੀਆਂ ਵੀ ਜਿਹੜੀਆਂ ਵਿਚਾਰਾਂ ਆਪਾਂ ਅਖੀਰਲੀ ਤੁਕ ਤੋਂ ਹੀ ਸਾਂਝੀ ਕਰਨੀ, ਤਾਂ ਕਿ ਗੱਲ ਸੌਖੀਆਂ ਸਮਝ ਪੈ ਜਾਏ। ਐਸਾ ਨਾਮ ਨਿਰੰਜਨ ਹੋਏ, ਪਰਮੇਸ਼ਰ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਹੈ। ਜੇ ਕੋ ਮਨ ਜਾਣੇ ਮਨ ਕੋਏ, ਜੇ ਕੋਈ ਆਪਣੇ ਮਨ ਵਿੱਚ ਇਸ ਗੱਲ ਨੂੰ ਪੱਕਿਆਂ ਕਰ ਲਵੇ, ਸ਼ਰਧਾ ਧਾਰ ਲਵੇ, ਵਿਸ਼ਵਾਸ ਕਰ ਲਵੇ ਇਸ ਗੱਲ 'ਤੇ, ਅਤੇ ਉਹਦੀ ਜ਼ਿੰਦਗੀ ਖੂਬਸੂਰਤ ਬਣ ਜਾਏਗੀ। ਤਾਂ ਪਾਤਸ਼ਾਹ ਇੱਥੇ ਜਿਹੜੀ ਬਖਸ਼ਿਸ਼ ਕਰ ਰਹੇ ਨੇ 13 ਨੰਬਰ ਪੌੜੀ ਵਿੱਚ, ਮੰਨੈ ਸੁਰਤ ਹੋਵੈ ਮਨ ਬੁੱਧ। ਜੇ ਕੋਈ ਉਸ ਮਾਲਕ ਦੀ ਗੱਲ ਨੂੰ ਧਿਆਨ ਨਾਲ ਸੁਣ ਸਮਝ ਕੇ ਮੰਨ ਲਵੇ, ਕੀ ਹੋਏਗਾ? ਜੇ ਮੰਨ ਲਵੇ ਤਾਂ, ਇਹ ਜੇ ਕੰਡੀਸ਼ਨ ਲਾਤੀ, ਜੇ ਮੰਨ ਲਵੇ ਤਾਂ। ਜਿਵੇਂ ਆਪਾਂ ਪਹਿਲਾਂ ਸਰਵਣ ਕਰ ਚੁੱਕੇ ਹਾਂ, ਜਿਹੜੀ 12 ਨੰਬਰ ਪੌੜੀ ਹੈ, ਉਹਦਾ ਅਰਥ ਹੈ ਜਿਹਨੇ ਗੱਲ ਮੰਨ ਲਈ ਹੈ। ਇਹ ਜਿਹੜੀਆਂ 3 ਪੌੜੀਆਂ ਨੇ, ਇਹ ਜੇ ਗੱਲ ਮੰਨ ਲਵੇ ਤਾਂ। ਮੰਨੈ ਸੁਰਤ ਹੋਵੈ ਮਨ ਬੁੱਧ, ਜੇ ਕੋਈ ਆਪਣੇ ਗੁਰੂ ਪਰਮੇਸ਼ਰ ਦੀ ਮਲ ਦੀ ਗੱਲ ਮੰਨ ਲਵੇ ਤਾਂ ਕੀ ਹੋਏਗਾ? ਸੁਰਤ ਹੋਵੇ, ਉਹਦੀ ਸੁਰਤ ਉੱਚੀ ਹੋ ਜਾਏਗੀ। ਬਾਣੀ ਸੁਰਤ ਉੱਚੀਆਂ ਕਰਦੀ ਹੈ। ਮਨ ਬੁੱਧ, ਉਹਦੇ ਮਨ ਵਿੱਚ ਜਾਗਰਤੀ ਆਏ, ਉਹਦਾ ਮਨ ਜਾਗ ਪਏਗਾ। ਅੱਜ ਮਨ ਸੁੱਤਾ ਪਿਆ ਹੈ, ਸੁੱਤੇ ਮਨ ਦੀਆਂ ਨਿਸ਼ਾਨੀਆਂ ਨੇ। ਜਿਵੇਂ ਆਪਾਂ ਪਹਿਲਾਂ ਸਰਵਣ ਕਰ ਚੁੱਕੇ ਹਾਂ ਵੀ ਸਰੀਰ ਦੀ ਨੀਂਦ ਘੱਟ ਵੱਧ ਹੋ ਸਕਦੀ ਹੈ, ਸਰੀਰ ਦੀ ਨੀਂਦ ਕਰਕੇ ਬੰਦਾ ਜਾਗ ਸਕਦਾ ਹੈ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਰੈਣ ਰਾਤ ਜਾਂਦੀ ਹੈ, ਦਿਨ ਵੀ ਚਲਾ ਜਾਂਦਾ ਹੈ। ਜਦੋਂ ਬਾਣੀ ਵਿੱਚ ਇਹ ਹਵਾਲੇ ਦਿੱਤੇ ਨੇ ਵੀ ਕਿਆ ਤੂੰ ਸੋਇਆ ਜਾਗ ਇਹ ਨਾ, ਤੈ ਜੀਵਨ ਜਗ ਸੱਚ ਕਰ ਜਾਣਾ। ਕਿਆ ਤੂੰ ਸੋਇਆ ਜਾਗ ਇਹ ਨਾ, ਕਿਹੜੇ ਸੌਣ ਦੀ ਗੱਲ ਹੋ ਰਹੀ ਹੈ ਇੱਥੇ? ਫਿਰ ਜਿਹੜੇ ਬੰਦੇ ਸੁੱਤੇ ਨੇ ਸਰੀਰਕ ਤੌਰ 'ਤੇ, ਇਹ ਸ਼ਬਦ ਉਹਨਾਂ 'ਤੇ ਢੁਕਦਾ ਹੈ। ਜਿਹੜੇ ਜਾਗਦੇ ਉਹਨਾਂ ਦਾ ਸ਼ਬਦ ਢੁਕਦਾ ਹੀ ਨਹੀਂ। ਇੱਥੇ ਗੱਲ ਮਨ ਦੇ ਜਾਗਣ ਦੀ ਹੋ ਰਹੀ ਹੈ, ਤਨ ਦੇ ਜਾਗਣ ਦੀ ਨਹੀਂ ਹੋ ਰਹੀ। ਤਨ ਦੀ ਨੀਂਦ ਕਿਸੇ ਦੀ 4 ਘੰਟੇ ਹੈ, ਕਿਸੇ ਦੀ 5 ਘੰਟੇ ਹੈ, ਕਿਸੇ ਦੀ 6 ਘੰਟੇ ਹੈ। ਕੋਈ ਰਾਤ ਕੰਮ ਕਰਦਾ ਦਿਨੇ ਸੌਂਦਾ ਹੈ, ਕੋਈ ਬੰਦਾ ਦਿਨੇ ਕੰਮ ਕਰਦਾ ਰਾਤ ਨੂੰ ਸੌਂਦਾ ਹੈ। ਇੱਥੇ ਗੱਲ ਮਨ ਦੀ। ਕਿਆ ਤੂੰ ਸੋਇਆ
ਜਾਗ ਇਆਨਾ ਤੈਂ ਜੀਵਨ ਜਗ ਸੱਚ ਕਰ ਜਾਨਾ। ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾਂ ਗਾਫਲ ਸੋਇਆ। ਮਨ ਨੂੰ ਜਗਾਉਣ ਦੀ ਗੱਲ ਕਹੀ ਹੈ। ਮਨ ਸੋਇਆ ਮਾਇਆ ਵਿਸਮਾਦ। ਅੱਜ ਸੁੱਤੇ ਮਨ ਦੀਆਂ ਨਿਸ਼ਾਨੀਆਂ ਨੇ। ਤੇ ਆਪ ਜੀ ਨੂੰ ਪਤਾ, ਜਦੋਂ ਬੱਸ ਚੱਲਦੀ ਹੈ ਨਾ, ਉਹਦੀਆਂ ਜਿਹੜੀਆਂ ਡਰਾਈਵਰ ਦੀਆਂ ਲਾਗੇ 3 ਸੀਟਾਂ ਹੁੰਦੀਆਂ, ਉਹਦੇ 'ਤੇ ਇੱਕ ਲਿਖਿਆ ਹੁੰਦੀ, ਇੱਕ ਲਾਈਨ ਲਿਖੀ ਹੁੰਦੀ ਵੀ ਇਹ 1 2 3 ਸੀਟਾਂ 'ਤੇ ਸੌਣਾ ਮਨ੍ਹਾ ਹੈ, ਕਿਉਂਕਿ ਉਸ ਨੀਂਦ ਦਾ ਅਸਰ ਡਰਾਈਵਰ 'ਤੇ ਪੈ ਸਕਦਾ ਹੈ। ਅਤੇ ਸਾਡੀ ਇਸ ਬੋਡੀ ਦਾ, ਸਾਡੇ ਸਰੀਰ ਦਾ ਡਰਾਈਵਰ ਕੌਣ ਹੈ ਭਲਾ? ਸਾਡਾ ਮਨ। ਅੱਜ ਮਨ ਸੁੱਤਾ ਹੋਇਆ। ਹੁਣ ਜਦੋਂ ਪਿਛਲੀਆਂ ਸਵਾਰੀਆਂ ਭਾਵੇਂ ਸੌਂ ਜਾਣ ਸਰਜੂ, ਪਰ ਜੇ ਡਰਾਈਵਰ ਸੌਂ ਗਿਆ ਤਾਂ ਬੱਸ ਨੂੰ ਖੱਡੇ 'ਚ ਡਿੱਗਣੋਂ ਕੋਈ ਨਹੀਂ ਬਚਾ ਸਕਦਾ। ਅੱਜ ਮਨ ਹੀ ਸੁੱਤਾ ਹੋਇਆ। ਮਨ ਵਿਸ਼ਿਆਂ ਵਿਕਾਰਾਂ 'ਚ ਲੰਮਾ ਪਿਆ ਹੋਇਆ ਹੈ। ਗੁਰਬਾਣੀ ਮਨ ਨੂੰ ਜਗਾਉਂਦੀ ਹੈ। ਜਦੋਂ ਜੇ ਕੋਈ ਆਪਣੇ ਇਸ ਪਰਮੇਸ਼ਰ ਦੇ ਨਾਮ ਨਾਲ ਸਾਂਝ ਪਾ ਲਵੇ, ਸੁਰਤ ਹੋਵੇ, ਉਹਦੀ ਸੁਰਤ ਉੱਚੀ ਹੋਏਗੀ। ਮਨ ਬੁੱਧ, ਉਹਦੇ ਮਨ ਵਿੱਚ। ਹੁਣ ਇਹ ਸ਼ਬਦ ਸੁਰਤ, ਮਨ, ਬੁੱਧ, ਇਹ ਸ਼ਬਦ ਭਾਵੇਂ ਜੋਗੀ ਲੋਕ ਆਪਣੀ ਭਾਸ਼ਾ ਵਿੱਚ ਆਮ ਵਰਤਦੇ ਸੀ, ਪਰ ਗੁਰੂ ਸਾਹਿਬ ਨੇ ਸ਼ਬਦ ਭਾਵੇਂ ਉਹ ਵਰਤੇ, ਪਰ ਗੱਲ ਇੱਕ ਹੀ ਹੈ। ਗੱਲ ਚੇਤਨਤਾ ਦੀ ਹੈ, ਗੱਲ ਮਨ ਦੀ ਹੈ। ਗੱਲ, ਸ਼ਬਦ ਵੱਖਰੇ ਵੱਖਰੇ ਨੇ, ਪਰ ਜਦੋਂ ਆਪਾਂ ਉਹਦਾ ਅੰਤਰੀਵ ਭਾਵ ਵੇਖਾਂਗੇ, ਗੱਲ ਇੱਕ ਥਾਂ 'ਤੇ ਆਣ ਕੇ ਨਿਬੜਨੀ ਹੈ। ਜਿਸ ਬੰਦੇ ਦਾ ਮਨ ਜਾਗਿਆ, ਉਹਦੀ ਸੁਰਤ ਵੀ ਉੱਚੀ ਹੋਏਗੀ। ਹੁਣ ਇਹ ਆਪਸ ਨਾਲ ਸ਼ਬਦ ਜੁੜੇ ਹੋਏ ਨੇ। ਇਹ ਸ਼ਬਦ ਵੱਖਰੇ ਵੱਖਰੇ ਹੋ ਸਕਦੇ, ਪਰ ਅੰਤਰੀਵ ਭਾਵ ਇਹਨਾਂ ਦਾ ਇੱਕ ਹੀ ਹੈ। ਮੰਨੈ ਸੁਰਤ ਹੋਵੈ ਮਨ ਬੁੱਧ। ਜੇ ਕੋਈ ਆਪਣੇ ਗੁਰੂ ਦੀ ਗੱਲ ਮੰਨ ਲਵੇ ਅਤੇ ਉਸ ਐਸਾ ਨਾਮ ਨਿਰੰਜਨ ਹੋਏ ਦੇ ਨਾਲ ਸਾਂਝ ਪਾ ਲਵੇ, ਸੁਰਤ ਹੋਵੇ, ਉਹਦੀ ਸੁਰਤ ਉੱਚੀ ਹੋ ਜਾਏਗੀ। ਮਨ ਬੁੱਧ, ਉਹਦਾ ਮਨ ਜਾਗ ਜਾਏਗਾ, ਵਿਸ਼ਿਆਂ ਵਿਕਾਰਾਂ ਵਿੱਚੋਂ ਉੱਠ ਪਵੇਗਾ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਅੱਜ ਸਾਰਿਆਂ ਥਾਵਾਂ 'ਤੇ ਮਾਲਕ ਕਿਉਂ ਨਹੀਂ ਦਿਸਦਾ? ਅੱਜ ਮਨ ਸੁੱਤਾ ਹੋਇਆ। ਅੱਜ ਆਪਣੇ ਬੱਚਿਆਂ 'ਚ ਹੀ ਰੱਬ ਕਿਉਂ ਦਿਸਦਾ? ਕਿਉਂਕਿ ਅੱਜ ਮਨ ਸੁੱਤਾ ਹੋਇਆ। ਜਦੋਂ ਬਾਣੀ 'ਚ ਤਿਹੀਂ ਗੁਣੀ ਸੰਸਾਰ ਭਰਮ ਸੁੱਤਾ, ਇਹ ਸ਼ਬਦ ਕਿਉਂ ਵਰਤਿਆ ਸੀ? ਤਿਹੀਂ ਗੁਣੀ ਸੰਸਾਰ ਭਰਮ ਸੁੱਤਾ। ਸੁੱਤਿਆਂ ਰਹਿਣ ਵਿਹਾਣੀ ਸ਼ਬਦ ਕਿਉਂ ਵਰਤੇ? 3 ਗੁਣ, ਰਜ ਗੁਣ, ਤਮ ਗੁਣ ਅਤੇ ਸਤ ਗੁਣ। ਇਹ 3 ਗੁਣ, 3 ਗੁਣਾਂ 'ਚ ਹੀ ਸੰਸਾਰ ਸੁੱਤਾ ਪਿਆ। ਇਹ ਕਿਹੜੇ ਕਿਹੜੇ ਗੁਣ ਨੇ? ਰਜ ਗੁਣ। ਰਾਜ ਦਾ ਅਰਥ ਕੀ ਆ? ਰਾਜਨੀਤੀ, ਪੋਲੀਟਿਕਸ, ਸਵਾਰਥ। ਜਿਵੇਂ ਰਾਜਨੀਤਿਕ ਬੰਦਾ ਜਦੋਂ ਵੋਟਾਂ ਹੁੰਦੀਆਂ ਕਿੱਦਾਂ ਹੱਥ ਜੋੜਦਾ ਘਰ ਘਰ, ਇਕੱਲੇ ਇਕੱਲੇ ਵੋਟਰ ਦੇ ਘਰ ਇੱਦਾਂ ਜਾਂਦਾ। ਇਹ ਰਜਗੁਣ ਹੈ, ਇੱਦਾਂ ਹੱਥ ਜੋੜਦਾ। ਉਹਦੀਆਂ ਫੋਟੋਆਂ ਇਲੈਕਸ਼ਨ ਤੋਂ ਪਹਿਲਾਂ ਇੱਦਾਂ ਜਿਹੜੇ ਹੋਰਡਿੰਗ ਬੋਰਡ ਵੱਡੇ ਵੱਡੇ ਲੱਗੇ ਹੁੰਦੇ ਨੇ, ਇੱਦਾਂ ਫੋਟੋਆਂ 'ਤੇ ਹੱਥ ਹੁੰਦੇ, ਹੱਥ ਜੋੜੇ ਹੁੰਦੇ ਨੇ ਵੀ ਰਹਿਮ ਕਰੋ ਸਾਡੇ 'ਤੇ, ਸਾਨੂੰ ਵੋਟ ਪਾਓ। ਤੁਸੀਂ ਵੇਖਿਆ ਹੋਏਗਾ, ਇੱਦਾਂ ਹੱਥ ਜੋੜਦੇ ਆ। ਸੋ ਉਹ ਉਦੋਂ ਇਹ ਰਜੋਗੁਣ, ਇੱਦਾਂ ਸਵਾਰਥ ਵਾਸਤੇ ਹੱਥ ਜੋੜੇ। ਇਹ ਗੁਣ ਕਿਸੇ 'ਚ ਵੀ ਹੋ ਸਕਦਾ। ਰਜੋਗੁਣ ਜਿਹੜਾ ਦੂਜਿਆਂ ਨਾਲ ਠੱਗੀਆਂ ਬੇਈਮਾਨੀਆਂ ਮਾਰ ਕੇ ਇੱਦਾਂ ਮਤਲਬ ਵਾਸਤੇ ਝੁਕ ਜਾਂਦਾ, ਸਵਾਰਥ ਵਾਸਤੇ ਝੁਕ ਜਾਂਦਾ। ਰਜਗੁਣ ਸਵਾਰਥ ਵਾਸਤੇ ਆਪਣੀ ਖੁਦਗਰਜੀ ਅੱਗੇ ਰੱਖਣੀ, ਸਵਾਰਥ ਵਾਸਤੇ ਕਿਸੇ ਦੀ ਵਰਤੋਂ ਕਰਨੀ, ਇਹ ਰਜਗੁਣ। ਤਮ ਗੁਣ ਕੀ ਹੈ? ਹਨੇਰਾ। ਜਿਹੜਾ ਰਜਗੁਣ ਵਿੱਚ ਜ਼ਿੰਦਗੀ ਜੂ ਰਿਹਾ, ਉਹ ਬੰਦਾ ਦੂਜਿਆਂ ਨਾਲ ਠੱਗੀਆਂ ਮਾਰ ਕੇ ਆਪਣੇ ਬੱਚਿਆਂ ਲਈ ਲੈ ਕੇ ਆਉਂਦਾ ਹੈ। ਇੱਧਰੋਂ ਹੱਥ ਮਾਰ, ਇੱਧਰੋਂ ਹੱਥ ਮਾਰ। ਉਹ ਸਵੇਰੇ ਸ਼ਿਕਾਰੀ ਬਣ ਕੇ ਘਰੋਂ ਨਿਕਲਦਾ। ਜਦੋਂ ਆਪਣੇ ਆਫਿਸ ਵਾਸਤੇ ਤਿਆਰ ਹੋ ਕੇ ਨਿਕਲਦਾ ਹੈ ਨਾ, ਉਹ ਇੱਦਾਂ ਕੱਪੜੇ ਕੁਪੜੇ ਪਾ ਕੇ ਜਦੋਂ ਘਰੋਂ ਕਾਰ 'ਚ ਬੈਠਦਾ, ਉਹ ਸੋ ਪਲੈਨਿੰਗ ਬਣਾ ਕੇ ਲਿਆਉਂਦਾ ਵੀ ਅੱਜ ਇੰਨੇ ਲੈ ਕੇ ਆਉਣੇ ਨੇ, ਇੱਦਾਂ ਠੱਗੀ ਬੇਈਮਾਨੀ, ਇੱਥੇ ਲੁੱਟ ਖਸੁੱਟ ਕਰਨੀ ਹੈ। ਇਹ ਰਜਗੁਣ ਹੈ, ਸਵਾਰਥ, ਖੁਦਗਰਜੀ। ਜਿਵੇਂ ਰਾਜਨੀਤਿਕ ਲੋਕ ਜਦੋਂ ਕਿਸੇ ਕੋਲੋਂ ਮਤਬਲ ਲੈਣਾ ਕਿੱਦਾਂ ਹੱਥ ਜੋੜਦੇ, ਉਹੀ ਵੋਟਰ ਜਦੋਂ ਬੰਦਾ ਲੀਡਰ ਬਣ ਜਾਂਦਾ, ਉਹ ਵੋਟਰ ਵਿਚਾਰੇ ਲੱਭਦੇ ਫਿਰਦੇ ਲੀਡਰ ਨੂੰ। ਫਿਰ ਉਹਦੀ ਫੋਟੋ ਉਹ ਥੋੜ੍ਹਾ ਹੁੰਦੀ ਇੱਦਾਂ ਹੱਥ ਜੋੜਨ ਵਾਲੀ, ਫਿਰ ਤਾਂ ਫੋਟੋ ਇੱਦਾਂ ਆਉਂਦੀ ਵੀ ਹੁਣ 5 ਸਾਲ ਤੁਹਾਨੂੰ ਵੇਖਾਂਗੇ, ਫਿਰ ਅਖੀਰਲੇ ਸਾਲ ਆਉਣਗੇ, ਫਿਰ ਹੱਥ ਜੋੜਨ ਵਾਲੀ ਫੋਟੋ ਲੱਗ ਜੂਗੀ। ਰਜਗੁਣ। ਤਮ ਗੁਣ ਹਨੇਰਾ। ਜਿਹੜਾ ਤਮ ਗੁਣ 'ਚ ਜ਼ਿੰਦਗੀ ਜਿਉਂਦਾ ਨਾ, ਉਹ ਆਪਣੇ ਬੱਚਿਆਂ ਦਾ ਵੀ ਨਹੀਂ ਬਣਦਾ। ਉਹ ਤਾਂ ਬੱਚਿਆਂ ਦੀਆਂ ਕਿਤਾਬਾਂ ਵਾਸਤੇ ਜਿਹੜੇ ਪੈਸੇ ਹੁੰਦੇ ਨੇ, ਉਹਨਾਂ ਦਾ ਵੀ ਨਸ਼ਾ ਪੀ ਜਾਂਦਾ। ਜਿਹੜੇ ਪੈਸੇ ਨਾਲ ਘਰ ਆਟਾ ਦਾਲ ਲੈ ਕੇ ਆਉਣਾ ਸੀ, ਘਰ ਦੀ ਗਰੋਸਰੀ ਸਮਾਨ ਆਉਣਾ ਸੀ, ਉਹ ਵੀ ਪੈਸੇ ਉਹ ਆਪਣੇ ਨਸ਼ਿਆਂ ਵਾਸਤੇ, ਆਪਣੇ ਜੂਏ 'ਚ ਹਾਰ ਦਿੰਦਾ। ਤਮਦਾਰ ਅਤੇ ਹਨੇਰਾ। ਹਨੇਰੇ 'ਚ ਜ਼ਿੰਦਗੀ ਜਿਊਣ ਵਾਲਾ ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ, ਆਪਣੀ ਪਤਨੀ ਦਾ, ਆਪਣੇ ਮਾਂ ਬਾਪ ਦਾ ਵੀ ਨਹੀਂ ਬਣਦਾ। ਤੀਜਾ ਆ ਗਿਆ ਸਤਗੁਣ। ਸਤਗੁਣ ਕਿਹੜਾ? ਜਿਹੜਾ ਥੋੜ੍ਹਾ ਬਹੁਤਾ ਧਾਰਮਿਕ ਕਰਮ ਕਰਦਾ, ਪਰ ਪ੍ਰਵਾਨ ਉਹ ਵੀ ਨਹੀਂ, ਉਹ ਵੀ ਵਿਖਾਵੇ ਲਈ ਕਰਦਾ।
ਉਹ ਕਿਹੜੀ ਕੈਟਾਗਰੀ ਹੈ? ਉਹ ਤੀਰਥ ਵਰਤ ਅਰਦਾਨ ਕਰ। ਉਹ ਤੀਰਥਾਂ 'ਤੇ ਜਾਂਦਾ, ਵਰਤ ਰੱਖਦਾ, ਦਾਨ ਪੂਜਾ ਕਰਦਾ, ਪਾਠ ਪੂਜਾ ਕਰਦਾ, ਪਰ ਮਨ ਮੈਂ ਧਰੇ ਗੁਮਾਨ। ਉਹ ਪਰ ਅੰਦਰ ਹੰਕਾਰ ਵੀ ਰੱਖ ਬੈਠਾ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ। ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਜਿਵੇਂ ਹਾਥੀ ਬੜੀਆਂ ਰੀਝਾਂ ਨਾਲ ਨਹਾਉਂਦਾ, ਪਰ ਨਹਾਉਣ ਤੋਂ ਬਾਅਦ ਆਪਣੀ ਸੁਣ ਚਾਪੇ ਚਿੱਕੜ ਭਰ ਕੇ ਆਪਣੇ 'ਤੇ ਪਾ ਲੈਂਦਾ। ਸੇਮ ਉਸ ਕੈਟਾਗਰੀ ਦਾ ਬੰਦਾ ਇੰਜ ਕਰਦਾ ਹੈ, ਇੱਦਾਂ ਕੰਮ ਕਰਦਾ ਹੈ। ਆਹ ਉਹਦੀ ਸੋਚ ਬਣ ਜਾਂਦੀ ਹੈ, ਇੱਦਾਂ ਦਾ ਤਰੀਕਾ ਜ਼ਿੰਦਗੀ ਜਿਉਣ ਦਾ ਉਹਦਾ ਬਣ ਜਾਂਦਾ ਹੈ। ਹੁਣ ਇਹ ਤਿੰਨ ਆ ਗਏ, ਰਜਗੁਣ, ਤਮਗੁਣ ਅਤੇ ਸਤਗੁਣ। ਤਿੰਨੇ ਵੱਖਰੇ ਵੱਖਰੇ। ਰਜਗੁਣ ਰਾਜਨੀਤੀ, ਜਿਹੜਾ ਸਵਾਰਥ ਵਾਸਤੇ ਖੁਦਗਰਜੀ ਕਰਕੇ ਜਿਹੜਾ ਕਿਸੇ ਦੀ ਵਰਤੋਂ ਕਰਦਾ। ਤਮਗੁਣੀ ਬੰਦਾ ਆਪਣੇ ਬੱਚਿਆਂ ਦਾ ਵੀ ਨਹੀਂ ਬਣਦਾ। ਰਜਗੁਣੀ ਬੰਦਾ ਦੂਜਿਆਂ ਨਾਲ ਠੱਗੀਆਂ ਮਾਰ ਕੇ ਬੱਚਿਆਂ ਲਈ ਲੈ ਕੇ ਆਉਂਦਾ ਹੈ, ਲੁੱਟ ਖਸੁੱਟ ਕਰਦਾ। ਪਰ ਤਮਗੁਣੀ ਬੰਦਾ ਤਾਂ ਆਪਣੇ ਘਰ 'ਚ ਵੀ ਚੋਰੀ ਕਰ ਲੈਂਦਾ। ਉਹ ਤਾਂ ਜਿਹੜਾ ਸਿਲੰਡਰ ਪਤਨੀ ਨੇ ਰਾਸ਼ਨ ਪਾਣੀ ਘਰ 'ਚ ਪ੍ਰਸ਼ਾਦਾ ਲਾਉਣ ਲਈ ਵਿਚਾਰੀ ਆਪ ਲਾਈਨ 'ਚ ਲਾ ਕੇ ਲੈ ਕੇ ਆਈ, ਉਹ ਵੀ ਵੇਚ ਆਉਂਦਾ। ਕਈ ਤੁਸੀਂ ਵੇਖਿਆ ਨਸ਼ੇੜੀ ਬੰਦੇ ਸਿਲੰਡਰ ਵੀ ਵੇਚ ਦਿੰਦੇ ਨੇ, ਚੁੱਲ੍ਹੇ ਵੇਚ ਦਿੰਦੇ ਨੇ, ਘਰਾਂ ਦਾ ਸਮਾਨ ਵੇਚ ਆਉਂਦੇ ਨੇ ਨਸ਼ੇੜੀ ਬੰਦੇ। ਇਹ ਤਮਗੁਣੀ ਬੰਦੇ ਜਿਹੜੇ ਜੂਏ ਚੀਜ਼ਾਂ ਹਾਰ ਆਉਂਦੇ ਆ। ਸਤੋਗੁਣੀ ਥੋੜ੍ਹਾ ਬਹੁਤਾ। ਸਤੋਗੁਣੀ ਬੰਦਾ ਕਿਹੜਾ? ਸੰਗਰਾਂਦ 'ਤੇ ਦਰਬਾਰ ਸਾਹਿਬ ਜਾਏਗਾ, ਅੰਮ੍ਰਿਤਸਰ ਜਾਏਗਾ, ਤਰਨ ਤਾਰਨ ਜਾਏਗਾ, ਇੱਦਾਂ ਧਾਰਮਿਕ ਅਸਥਾਨਾਂ 'ਤੇ, ਇਤਿਹਾਸਕ ਸਥਾਨਾਂ 'ਤੇ ਜਾ ਕੇ ਮੱਥਾ ਟੇਕੇਗਾ। ਲੋਕ ਕਹਿਣਗੇ ਬੜਾ ਵਧੀਆ ਕੰਮ ਕਰਦਾ, ਪਰ ਕਰਮ 'ਚੋਂ ਵੇਖੇ ਜਾਣੇ ਨੇ। ਭਾਵ ਪ੍ਰਵਾਨ ਉਹ ਵੀ ਨਿਜ ਅੰਦਰੋਂ ਹੰਕਾਰ ਕੀਤਾ ਹੈ। ਅਤੇ ਪਾਠ ਕਰਦਾ, ਗੁਰਦੁਆਰੇ ਆਉਂਦਾ ਹੈ, ਮੰਦਰ ਮਸਜਿਦ ਜਾਂਦਾ ਹੈ। ਸਤਗੁਣੀ ਕਿਹੜਾ ਬੰਦਾ? ਜਿਹੜਾ ਕਰਮ ਥੋੜ੍ਹਾ ਜਿਹਾ ਧਾਰਮਿਕ ਕਰਕੇ ਫਿਰ ਹੰਕਾਰ ਕਰਦਾ, ਜਿਹਨੂੰ ਬਾਣੀ 'ਚ ਇੰਝ ਲਿਖਿਆ ਕਰਮ ਧਰਮ। ਜਿਹੜੇ ਧਰਮ ਦਾ ਨਾਂ ਲੈ ਕਰਮ ਕਰਦਾ। ਪਾਖੰਡ ਜੋ ਦੀਸੈ ਤਿਨ ਜਮ ਜਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਕ ਜੇ ਛੂਟੈ। ਸੰਤੋਂ ਸਾਗਰ ਪਾਰ ਉਤਰੀਐ। ਸੰਤ ਗੁਰੂ ਦੁਆਰਾ ਹੀ ਪਾਰ ਹੋਇਆ ਜਾ ਸਕਦਾ ਹੈ। ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋਈ ਆਪਣੇ ਗੁਰੂ ਸੰਤ ਦਾ ਬਚਨ ਕਮਾ ਲਵੇ ਸੋ ਗੁਰ ਪ੍ਰਸਾਦੀ ਤਰੀਐ। ਆਹ ਤਰੀਕਾ ਤਰਨ ਦਾ। ਕੋਟ ਤੀਰਥ ਮੱਜਨ ਇਸ਼ਨਾਨਾ, ਕੋਟ ਦੇ ਟੈਂਕੇ ਨੂੰ ਸਿਹਾਰੀ ਹੈ, ਜਿਹਦਾ ਅਰਥ ਹੈ ਕਰੋੜਾਂ। ਕੋਟ ਤੀਰਥ ਮੱਜਨ ਇਸ਼ਨਾਨਾ, ਕਰੋੜਾਂ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰ ਲਿਆ, ਪਰ ਕੰਮ ਉਲਟਾ ਹੋ ਗਿਆ। ਇਸ ਕਲ ਮੈਂ ਮੈਲ ਭਰੀਜੈ। ਉਹ ਮੈਲ ਲੈਣ ਦੀ ਬਜਾਏ ਮੈਲ ਹੋਰ ਲੱਗ ਗਈ। ਕਾਹਦੀ ਮੈਲ ਲੱਗੀ? ਤਨ ਦੀ ਮੈਲ ਤਾਂ ਲੈ ਗਈ, ਮਨ ਨੂੰ ਹੋਰ ਮੈਲ ਚਿੰਬੜ ਗਈ ਵੀ ਮੇਰੇ ਵਰਗਾ ਇਸ਼ਨਾਨੀ ਕੋਈ ਨਹੀਂ। ਇਹ ਮੈਲ ਲੱਗ ਗਈ। ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ। ਗੁਰਦੇਵ ਜੀ ਕਹਿੰਦੇ ਫਿਰ ਕੀ ਕਰੀਏ? ਕਹਿੰਦੇ ਆਹ ਕਰੋ, ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਜਦੋਂ ਆਪਾਂ ਸਾਧੂ ਗੁਰੂ ਨਾਲ ਸਾਂਝ ਪਾਵਾਂਗੇ, ਅਸੀਂ ਆਪਣੀ ਜੀਵਨ ਸ਼ੈਲੀ ਨਿਰਮਲ ਕਰ ਲਵਾਂਗੇ। ਮਨ ਸਾਡਾ ਸਾਫ਼ ਹੋ ਜਾਏਗਾ। ਮੰਨੈ ਸੁਰਤ ਹੋਵੇ ਮਨ ਬੁੱਧ, ਅਤੇ ਮੰਨੈ ਸਗਲ ਭਵਨ ਕੀ ਸੁਧ। ਫਿਰ ਸਾਰਿਆਂ, ਜਦੋਂ ਮਨ ਜਾਗ ਗਿਆ ਉਹਨੂੰ ਸਾਰਿਆਂ 'ਚ ਹੀ ਦਿਸ ਪੈਣਾ। ਅੱਜ ਜਦੋਂ ਭਰਾ ਦੇ ਬੱਚਿਆਂ ਨਾਲ ਠੱਗੀਆਂ ਮਾਰਦਾ, ਦੋਸਤਾਂ ਮਿੱਤਰਾਂ ਨਾਲ ਧੋਖਾ ਕਰਦਾ, ਇਹ ਸੁੱਤੇ ਮਨ ਦੀਆਂ ਨਿਸ਼ਾਨੀਆਂ ਨੇ। ਜਾਗਿਆ ਮਨ ਥੋੜ੍ਹਾ ਕੰਮ ਕਰਦਾ। ਸੁੱਤਾ ਡਰਾਈਵਰ ਹੀ ਬੱਸ ਖੱਡੇ 'ਚ ਮਾਰਦਾ ਨਾ। ਸੁੱਤਾ ਬੰਦਾ ਹੀ ਆਪਣੀ ਮਾਂ ਦਾ ਗਾਟਾ ਲਾਉਂਦਾ ਹੈ ਨਾ ਨਸ਼ਿਆਂ ਕਰਕੇ। ਜਾਗਿਆ ਹੋਇਆ ਥੋੜ੍ਹਾ ਇਹ ਕੰਮ ਕਰੇਗਾ ਭਲਾ। ਇਹ ਸੁੱਤੇ ਜਿੰਨੀਆਂ ਵੀ ਕਹਿਰ ਵਰਤ ਰਿਹਾ ਜਿਹੜਾ ਸਮਾਜ 'ਚ ਇੱਕ ਦੂਜੇ ਬੰਦਾ ਧੋਖੇ ਦੇ ਰਿਹਾ, ਇਹ ਸੁੱਤੇ ਦੀਆਂ ਨਿਸ਼ਾਨੀਆਂ ਨੇ। ਸੁੱਤਾ ਹੋਇਆ। ਤਾਂ ਪਾਤਸ਼ਾਹ ਨੇ ਇਹ ਬਚਨ ਬਹੁਤ ਪਿਆਰੇ ਕਹੇ ਕਿ ਤਹੀਂ ਗੁਣੀ ਸੰਸਾਰ ਭਰਮ ਸੁੱਤਾ। ਤਿੰਨਾਂ ਗੁਣਾਂ 'ਚ ਹੀ ਸੰਸਾਰ ਸੁੱਤਾ ਪਿਆ। ਕੋਈ ਰਜਗੁਣ 'ਚ ਸੁੱਤਾ ਪਿਆ, ਕੋਈ ਤਮਗੁਣ ਸੁੱਤਾ ਪਿਆ, ਅਤੇ ਕੋਈ ਸਤੋਗੁਣੀ ਸੁੱਤਾ ਪਿਆ। ਤਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ। ਜਾਗੇ ਸ਼ਬਦ ਵਰਤਿਆ ਇੱਥੇ। ਮੰਨੈ ਸੁਰਤ ਹੋਵੈ ਮਨ ਬੁੱਧ। ਸੁਰਤ ਹੋਵੇ, ਉੱਚੀ ਸੁਰਤ, ਮਨ ਜਾਗ ਪਿਆ ਵਿਸ਼ਿਆਂ ਵਿਕਾਰਾਂ ਦੀ ਨੀਂਦ 'ਚੋਂ। ਤਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਚੌਥੇ ਥਾਂ 'ਤੇ, ਚੌਥਾ ਪਦ, ਜਿੱਥੇ ਕੋਈ ਫੁਰਨਾ ਮਾੜਾ ਨਹੀਂ ਆਉਂਦਾ, ਕੋਈ ਮਾੜਾ ਖਿਆਲ ਨਹੀਂ ਆਉਂਦਾ, ਜਿੱਥੇ ਕੋਈ ਮਾੜੀ ਵਿਚਾਰ ਨਹੀਂ ਅੰਦਰ ਆ ਰਹੀ, ਬੰਦਾ ਜਾਗ ਪਿਆ। ਫਿਰ ਉਹਨੂੰ ਸਾਰਿਆਂ ਭਵਨਾਂ 'ਚ ਦਿਸਦਾ। ਉਹ ਫਿਰ ਹਰ ਥਾਂ 'ਤੇ ਵੇਖਦਾ, ਕਹਿੰਦਾ ਭਾਈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਫਿਰ ਇੱਦਾਂ ਕਹਿੰਦਾ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਕਹਿਣ ਲੱਗੇ
जल तरंग अर फेन बुध बुधा जल ते भिन्न ना होई। बहुत तेज बारिश हुंदी है, उस च बुलबुले बनते, झग बनती है। वो वेखण नूं झग वखरी लगती है, बुलबुले वखरे लगते हैं, पानी दी छट्टां वखरियां लगदियां, पर पानी का ही रूप ने। वो फिर इदां कहता सब वह ही रूप है भाई, बेईमानी किहदे नाल करां मैं, ठगी किहदे नाल मारां। फिर वो ये थोड़ा वेख के चोरी नहीं करता भी इत्थे कैमरा लगा हुण मैं चोरी नहीं करनी। वो कहता भाई ना भाई हुण बेईमानी छड्ड ही दित्ती है, बेईमानी त्याग ही दित्ती है। जे कोई गुरु की गल इंज मन लवे तां हुण वेखो दो किस्म के बच्चे हुंदे ने। एक बच्चा गलत काम नहीं करता, उन्होंने पुछया भी तू क्यों नहीं गलत काम करता, कहता भी माँ बाप की बड़ी इज्जत है, माँ बाप ने मैनू ये गल्लां समझाइयां ने, ये काम नहीं करना। ध्यान ना सुनियो, माँ बाप ने बहुत प्यार नाल मैनू पालिया, मैं ये गलत काम नहीं करना। माँ बाप की मेरी इज्जत बड़ी है, परेआं पंचायतों फैसले करने वाले, सिर उच्चा चुक के जिंदगी जीने वाले मेरे माँ बाप, मैं गलत रस्ते ते कदम नहीं रखना। एक बच्चा वो है। एक दूजा बच्चा उन्होंने पूछा भी तू क्यों नहीं गलत काम करता, उन्हें अपने ये नहीं कहा भी मेरे माँ बाप की इज्जत है, मेरे माँ बाप का नामना बहुत उच्चा है, मेरे माँ बाप परेआं पंचायतों फैसले कराउंदे ने। वो ये कहता गलत काम करना ही गलत हुंदा है, मैं गलत काम करें ही क्यों, क्योंकि गलत काम करना इंसान के हिस्से आया ही नहीं, मैं तो चंगे काम करांगा। हुण जिहड़ा बच्चा ये कह रहा सी ना भी माँ बाप, इसदा मतलब माँ बाप का किते ना किते डर है ना, भी उन्होंने इज्जत का डर है, उन्होंने नामने का डर है। जिहड़ा ये शब्द वरते रहे, कल हो सकता माँ बाप दुनिया तो कूच कर जाण ते गलत रस्ते पैण दा कोई ना कोई वजह बन सकती है भी अज तो माँ बाप भी नहीं है हुण ते, हुण किहड़ा किसी ने रोकना है, हुण मैं किहड़ा किसी ने जवाब दें। पर जिहड़ा ये कह रहा ना कि गलत काम करना ही माड़ा है, मैं गलत काम करना ही नहीं, क्यों करा गलत काम, वो माँ बाप के हुंदियां भी सही काम करूँ तो माँ बाप के दुनिया के जाण तो बाद भी सही काम करूँ। आप अपनी जिंदगी ये काम रखिए भी गलत रस्ते पैना ही गलत है। मैं ये को रखा भी नहीं, मैं तो डर करके, याद रखना मैं कई स्कूलों ऐसे बच्चे, कई स्कूलों का एक नेम होंदा भी ए स्कूल 11वीं क्लास तो लैके जिवें मान लो कोई 8th क्लास चो लैके 10th तक, +1 +2 तक पग बन्ननी लाजमी है। मैं कई बच्चे वेखे जिहड़े सिखां नाल स्कूल संबंध रखते हैं, उत्थे पग बन्ननी कई थावां ते लाजमी हो जाती है। तो मैं वेखे पढ़न करके बच्चे उत्थे पग +1 +2 तक बन लेंदे डर करके, पर जदों ही वो +1 +2 तो बाद किसी कॉलेज यूनीवर्सिटी जाते हैं, सब तो पहला पग उतारते हैं। मतलब पग बन्नी सी उन्होंने इन्ना टाइम, अंदर डर सी ना भी स्कूल च पढ़ना। तो एक बच्चा वो सी, वो स्कूल च भी पढ़ रहा जिथे पग बन के आना लाजमी नहीं है, पर वो अपने शौक नाल बन्नदा है। उस स्कूल वाले थोड़ा कहते तू पग बन के, वो अपनी मर्जी नाल बन्नदा। हुण इहो जिहे बच्चे नूं कोई कॉलेज यूनीवर्सिटी जांदियां कोई कहेगा, वो कहेगा क्यों, उन्हें पग लाउणी नहीं, क्यों, क्योंकि उन्हें किसी डर करके पग नहीं बद्धी, अपने शौक नाल सिर ते दस्तार सजाउंदा है। हुण ये गल्लां आपां अपने बच्चों नाल साझियां करनियां ने। जदों ये दिमाग च आ गया ना भी हुण एक चोर नूं पुछो तू चोरी क्यों नहीं करदा, कहंदा उत्थे कैमरा लगा है ना तां करके। एक वो जिहड़ा ये वेखदा ही नहीं। तुसीं वेखिआ होगा जिहड़े बंदे ईमानदार हुंदे उन्हां नूं ते पता भी नहीं हुंदा कैमरे कित्थे कित्थे लगे ने। चोर नूं ध्यान रखना पैंदा ना कित्थे कैमरा लगा वे, किते मेरी रिश्वत लैंदे दी विच किते रिकॉर्डिंग ना आ जाए। गुरदेव पिता महाराज इत्थे जागण की कितनी प्यारी हदायत दे रहे ने, मन्नै सुरत होवै मन बुद्ध, जे तू अपने गुरु की गल मन के ऐसा नाम निरंजन होए दे नाल सांझ पा लई, तेरी सुरत उच्ची हो जाएगी, मन बुद्ध, तेरा मन जाग पवेगा, तेरा मन वो विषयां वकारां दी नींद चों उठ पवेगा, ते मन्नै सगल भवन की सुध, तेनों सारियां भवनां दी सुध हो जाएगी। हर शरीर च बैठा तेनों दिस पैना, सब में जोत जोत है सोए तिस दे चानण, सब में चानण होए। फिर तू घ्यो दियां जोतां दे उत्ते हत्थ थोड़ा लाएंगा इदां भी घ्यो की जोत इदां बाल के उत्ते हत्थ ला के मूँह लाएंगा, तो फिर तेनों तो बंदे जोत जगदी दिस पैनी। तू कहना ना भाई हर चीज़, फिर जन्म तो पहला कोई धीआं मारेगा, फिर हॉस्पिटल के बाहर जिहड़ियां लाइनां लिखियां ने इत्थे भरूण टैसट नहीं किया जाता, ये लिखण की लोड़ पऊ। ये बंदे तेरी नलैकी करके लिखियां ने। हो सकता पहली बार जदों ये पहली बारी ये स्कैनिंग मशीनां बनियां होण अल्ट्रासाउंड वालियां, हो सकता है ये बनियां भी इसे काम भी जदों बच्चा माता के गर्भ च पलदा है उन्होंने प्रॉपर खुराक नहीं मिलती। कई बारी बच्चा माता के गर्भ च प्रॉपर खुराक नहीं सी लै पांदा, बच्चे की डैथ हुंदी सी जन्म लैंदियां सारी, बच्चे की कोई ना कोई प्रॉब्लम हुंदी सी,
ਉਹ ਤੇ ਵੇਖ ਲੈਂਦੇ ਵੀ ਬੱਚਾ ਠੀਕ ਹੈ, ਤੰਦਰੁਸਤ ਹੈ, ਉਹਨੂੰ ਕੋਈ ਪ੍ਰੋਬਲਮ ਤਾਂ ਨਹੀਂ। ਪਰ ਸ਼ਰਾਰਤੀ ਬੰਦੇ ਨੇ ਹੋ ਸਕਦਾ ਪਹਿਲੀ ਵਾਰੀ ਡਾਕਟਰ ਦੇ ਕੰਨ ਜਾ ਕੇ ਕਿਹਾ ਹੋਵੇ, ਡਾਕਟਰ ਸਾਹਿਬ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਬੱਚਾ ਅੰਦਰ ਠੀਕ ਠਾਕ ਹੈ, ਤੰਦਰੁਸਤ ਹੈ? ਕਹਿੰਦੇ ਹਾਂਜੀ। ਫਿਰ ਤੁਹਾਨੂੰ ਇਹ ਵੀ ਪਤਾ ਲੱਗ ਜਾਂਦਾ ਹੋਣਾ ਕਿ ਬੇਟੀ ਹੈ ਕਿ ਬੇਟਾ ਹੈ। ਹੋ ਸਕਦਾ ਡਾਕਟਰ ਨੇ ਪਹਿਲੀ ਵਾਰੀ ਕਿਹਾ, ਪੁੱਛ ਹੀ ਲਿਆ ਵੀ ਕਿਉਂ ਪੁੱਛ ਰਹੇ? ਨਹੀਂ ਜੀ ਫਿਰ ਵੀ ਦੱਸ ਦਿਓ। ਹਾਂਜੀ ਪਤਾ ਲੱਗ ਜਾਂਦਾ ਵੀ ਬੇਟੀ ਹੈ ਕਿ ਬੇਟਾ ਹੈ। ਕਹਿੰਦੇ ਜੇ ਬੇਟੀ ਹੈ ਤਾਂ ਫਿਰ ਅਸੀਂ ਇਹਨੂੰ ਦੁਨੀਆ 'ਤੇ ਨਹੀਂ ਆਉਣ ਦੇਣਾ ਚਾਹੁੰਦੇ, ਇਹਨੂੰ ਆਪਾਂ ਅੰਦਰ ਹੀ ਖ਼ਤਮ ਕਰਵਾ ਦਈਏ। ਹੋ ਸਕਦਾ ਪਹਿਲੀ ਵਾਰੀ ਡਾਕਟਰ ਨੇ ਮਨਾ ਕੀਤਾ ਹੋਵੇ, ਪਰ ਪੈਸਾ ਬੜੀ ਵੱਡੀ ਚੀਜ਼। ਅਗਲਿਆਂ ਜਦੋਂ ਇੱਦਾਂ ਟੇਬਲ 'ਤੇ ਪੈਸੇ ਰੱਖੇ ਹੋਣਗੇ, ਕਿੱਦਾਂ ਨਿੱਕੇ ਨਿੱਕੇ ਪੀਸ ਕੀਤੇ ਹੋਣਗੇ ਉਸ ਧੀ ਦੇ, ਉਸ ਜੋਤ ਦੇ, ਜਿਹਨੂੰ ਅਸੀਂ ਕਹਿੰਦੇ ਮੈਂ ਜ਼ਿੰਦਗੀ 'ਚ ਕੋਈ ਪਾਪ ਨਹੀਂ ਕੀਤਾ, ਕੋਈ ਮਾੜਾ ਕੰਮ ਨਹੀਂ ਕੀਤਾ। ਇਹ ਤਾਂ ਪਤਾ ਹੀ ਹੈ, ਤੁਸੀਂ ਹੁਣ ਘਰਾਂ 'ਚ ਬੈਠੇ ਸੁਣ ਰਹੇ ਜੋ ਕਿੰਨਿਆਂ ਲੋਕਾਂ ਨੇ ਧੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ। ਕਈ ਤੁਸੀਂ ਵੇਖਿਆ ਹੋਏਗਾ, ਕਈਆਂ ਨੇ ਪੁੱਤ ਲੱਭਦਿਆਂ ਪਤਾ ਨਹੀਂ ਕਿੰਨੀਆਂ ਧੀਆਂ ਦੇ ਕਤਲ ਕਰਵਾਏ ਨੇ, ਅਤੇ ਮੁੜ ਕੇ ਉਹੋ ਹੀ ਪੁੱਤ ਉਹਨਾਂ ਨੂੰ ਸੂਈ ਦੇ ਨੱਕੇ 'ਚੋਂ ਕੱਢਦਾ। ਮੁੜ ਕੇ 2-2, 3-3 ਪੁੱਤਰਾਂ ਦੇ ਬਾਪ ਮੈਂ ਬਿਰਧ ਆਸ਼ਰਮਾਂ 'ਚ ਧੱਕੇ ਖਾਂਦੇ ਵੇਖਿਆ ਆਪਣੀ ਜ਼ਿੰਦਗੀ। ਉਹ ਫਿਰ ਇਹੋ ਜਿਹੇ ਬੱਚੇ ਪੁੱਤਰ ਪੀੜਤ ਹੁੰਦੇ, ਪੁੱਤਰ ਪੀੜਤ। ਪੁੱਤਰਾਂ ਨੇ ਉਹਨਾਂ ਨੂੰ ਪੀੜਿਆ ਹੁੰਦਾ, ਦੁਖੀ ਕੀਤਾ ਹੁੰਦਾ, ਕਿਉਂਕਿ ਅਸੀਂ ਸਮਝ ਨਹੀਂ ਸਕੇ। ਗੁਰੂ ਦੇ ਜੇ ਤੂੰ ਆਪਣੇ ਗੁਰੂ ਦੀ ਗੱਲ ਮੰਨ ਲਵੇਂ, ਐਸਾ ਨਾਮ ਨਿਰੰਜਨ ਹੋਏ ਨਾ ਸਾਂਝ ਪਾਲੈ ਤੇ ਸਗਲ ਭਵਨ ਕੀ ਸੁਧ, ਫਿਰ ਤੈਨੂੰ ਹਾਰਿਆਂ ਵਿੱਚ ਬੈਠਾ ਦਿਸ ਪਵੇਗਾ। ਫਿਰ ਕੋਈ ਡਾਕਟਰ ਇੱਦਾਂ ਜ਼ਮੀਰ ਥੋੜ੍ਹਾ ਮਾਰੇਗਾ, ਫਿਰ ਤਾਂ ਰੋਕੇਗਾ, ਭਾਈ ਇਹ ਕੰਮ ਸਾਡੇ ਹੌਸਪੀਟਲ ਨਹੀਂ ਹੁੰਦਾ, ਚੱਲ ਇੱਥੋਂ ਬਾਹਰ, ਅਸੀਂ ਨਹੀਂ ਇਹ ਕੰਮ ਕਰਦੇ। ਹੈਗੇ ਨੇ ਬੜੇ ਡਾਕਟਰ ਜਿਹੜੇ ਇਹ ਕੰਮ ਨਹੀਂ ਕਰਦੇ, ਪਰ ਕਈ ਕਰੀ ਜਾਂਦੇ ਨੇ ਅਜੇ ਵੀ ਲੁਕ ਛਿਪ ਕੇ। ਇੱਥੇ ਕੰਮ ਹੋ ਰਿਹਾ, ਗੁਨਾਹ ਹੋ ਰਿਹਾ। ਮੰਨੈ ਮੋਹ ਚੋਟਾਂ ਨਾ, ਕਿੰਨੇ ਪਿਆਰੇ ਸ਼ਬਦ ਵਰਤੇ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਚੋਟਾਂ ਨਾ ਖਾਏ। ਜਿਹਨੂੰ ਸਾਰਿਆਂ ਭਵਨਾਂ ਦੇ ਵਿੱਚ ਉਹ ਬੈਠਾ ਆਪ ਦਿਸ ਪਿਆ, ਜਿਹਨੂੰ ਸਾਰਿਆਂ ਸਰੀਰਾਂ 'ਚ ਬੈਠਾ ਉਹ ਆਪ ਦਿਸ ਪਿਆ, ਜਿਹਦੀ ਸੁਰਤ ਬੁੱਧ ਉੱਚੀ ਹੋ ਗਈ, ਜਿਹਨੇ ਆਪਣੇ ਮਨ ਨੂੰ ਵਿਸ਼ਿਆਂ ਵਕਾਰਾਂ 'ਚੋਂ ਜਗਾਗ ਲਿਆ, ਉਹ ਚੋਟਾਂ ਕਿੱਦਾਂ ਖਾਏਗਾ? ਮੰਨੈ ਮੋਹ ਚੋਟਾਂ ਨਾ ਖਾਏ। ਮੂੰਹ ਉਹ ਮੂੰਹ 'ਤੇ ਚੋਟਾਂ ਕਿੱਦਾਂ ਖਾਏਗਾ? ਕਿਹਤੋਂ? ਵਕਾਰਾਂ ਤੋਂ। ਚੋਟ ਕੌਣ ਮਾਰਦਾ ਹੈ? ਚੋਟ ਵਿਸ਼ੇ ਵਕਾਰ ਮਰਵਾਉਂਦੇ ਨੇ ਬੰਦੇ ਨੂੰ। ਹੁਣ ਬੰਦਾ ਚੋਰੀ ਕਰਦਾ ਫੜਿਆ ਜਾਏ ਲਾਲਚ ਵਸ, ਤੇ ਕੁੱਟ ਪੈਂਦੀ ਹੈ ਨਾ। ਹੁਣ ਕੋਈ ਕਿਹਨੇ ਕੁੱਟ ਪਵਾਈ? ਲਾਲਚ ਨੇ ਵੇਲੋ ਬੰਦੇ ਨੂੰ ਕੁੱਟ ਪਵਾਤੀ। ਮੂੰਹ 'ਤੇ ਮੂੰਹ ਛਿੱਲ ਦਿੰਦੇ ਮਾਰ ਮਾਰ ਕੇ ਅਗਲੇ। ਕਾਮ ਵਾਸ਼ਨਾਵਾਂ 'ਚ, ਜਦੋਂ ਕਾਮ ਵਾਸ਼ਨਾਵਾਂ 'ਚ ਬੰਦਾ ਇੱਦਾਂ ਕਿਤੇ ਗਲਤ ਜਗ੍ਹਾ ਹੱਥ ਪਾ ਪੈਂਦਾ, ਕਿੱਦਾਂ ਭੰਨਦੇ ਅਗਲੇ। ਕਤਲ ਵੀ ਹੋਏ ਕਈਆਂ ਥਾਵਾਂ 'ਤੇ। ਇਹੋ ਹੀ ਤਾਂ ਜੰਮ ਸੀ। ਅਸੀਂ ਇੱਦਾਂ ਗੜੀ ਗਏ, ਅੱਛਾ ਜੀ ਬੰਦੇ ਨੂੰ ਜਮਾਂ ਦੀ ਮਾਰ ਨਹੀਂ ਪੈਣੀ। ਹੁਣ ਜੰਮ ਤਾਂ ਲਈ ਫਿਰਦੇ ਜਿਉਂਦੇ ਜੀ ਬੰਦੇ ਨੂੰ। ਮਰਨ ਤੋਂ ਬਾਅਦ ਕਿੱਥੇ ਸਰੀਰ ਨਾਸ਼ ਹੋਣਾ, ਕਿੱਥੇ ਕੀ ਜਾਣਾ। ਇਹਦੇ ਨਾਲ ਮਤਲਬ ਨਹੀਂ ਹੈ ਗੁਰਮਤ ਦਾ। ਗੁਰਮਤ ਨੇ ਕਿਹਾ ਇੱਥੇ ਤੈਨੂੰ ਜੰਮ ਧੂਰੇ ਨੇ। ਅਵਰ ਪੰਚ ਹਮ ਏਕ ਜਨਾ, ਉਹ ਪੰਜ ਤੇ ਮੈਂ ਕੱਲਾ। ਕਿਉਂ ਰਾਖੂੰ ਘਰ ਬਾਹਰ ਮਨਾ, ਮਾਰੈ ਲੁੱਟੈ ਨੀਤ। ਇਹ ਮਾਰਦੇ ਵੀ ਤੇ ਲੁੱਟਦੇ ਵੀ ਆ। ਮਾਰਦੇ ਕਿੱਦਾਂ? 5 ਵਕਾਰ ਰੋਜ਼ ਬੇਇੱਜ਼ਤੀ ਨਹੀਂ ਕਰਾਉਂਦੇ ਬੰਦੇ ਦੀ। ਕਿਸ ਆਗੇ ਕਰੀ ਪੁਕਾਰ ਜਨਾ, ਸ੍ਰੀ ਰਾਮ ਨਾਮਾ ਉਚਰ ਮਨ ਆਗੇ ਜਮ ਦਲ। ਅਥਾ ਉੱਤੇ 5 ਕਹਿਤਾ, ਥੱਲੇ ਜਮਾਂ ਦਾ ਦਲ ਕਹਿਤਾ, ਜਾਣੀ ਕਿ 5 ਹੀ ਜਮਾਂ ਦਾ ਦਲ ਹੈ। ਇਹ ਬੰਦੇ ਨੂੰ ਉਂਗਲਾਂ ਤੇ ਨਹੀਂ ਚਾਹੁੰਦੇ। 4 ਵਰਨ ਚਾਹਾਂ ਕੇ ਮਰਦਨ। 4 ਵਰਨ ਖੱਤਰੀ ਬ੍ਰਾਹਮਣ ਸੂਦ ਵੈਸ਼ ਜਿਹੜੇ ਪ੍ਰਚਲਿਤ ਨੇ। ਇਹਦਾ ਮਤਲਬ ਨਹੀਂ ਗੁਰਮਤ ਮੋਹਰ ਲਾ ਰਹੀ ਵੀ ਇਹ ਹੁੰਦੇ ਨੇ, ਇਹ ਪ੍ਰਚਲਿਤ ਨੇ। ਕੁਝ ਗੱਲਾਂ ਜਿਹੜੀਆਂ ਸਮਾਜ ਵਿੱਚ ਪ੍ਰਚਲਿਤ ਹੋ ਜਾਂਦੀਆਂ ਉਹਨਾਂ ਦਾ ਨਾਂ ਲਿਆ, ਜਿਵੇਂ ਗੁਰ ਈਸ਼ਰ ਗੁਰੂ ਗੋਰਖ ਬ੍ਰਹਮਾ। ਹੁਣ ਇਹਦਾ ਮਤਲਬ ਨਹੀਂ ਗੁਰਮਤ ਇਹਨਾਂ ਨੂੰ ਮੰਨਦੀ ਹੈ, ਪ੍ਰਚਲਿਤ ਸੀ ਇਹ ਚੀਜ਼ਾਂ। ਜਿਵੇਂ 1 ਲੱਖ ਪੂਤ 1.25 ਲੱਖ ਨਾਤੀ ਪ੍ਰਚਲਿਤ ਸੀ ਵੀ ਰਾਵਣ ਦਾ 1 ਲੱਖ ਪੁੱਤਰ ਤੇ 1.25 ਲੱਖ ਪੁੱਤਰਾ ਸੀ। ਇਹਦਾ ਅਰਥ ਨਹੀਂ ਵੀ ਗੁਰਮਤ ਮੋਹਰ ਲਾ ਦੀ ਵੀ ਇਹ ਹੈਗੇ ਸੀ। ਉਹ ਪ੍ਰਚਲਿਤ ਗੱਲ ਨੂੰ ਲੈ ਕੇ ਸਮਝਾਉਣ ਦਾ ਯਤਨ, ਜੋ ਮਿੱਥ ਹੈ, ਜੋ ਸੰਸਾਰ ਇਸ ਗੱਲ ਨੂੰ ਮੰਨਦਾ ਸੀ, ਉਹ ਨਾ ਲੈ ਕੇ ਸਮਝਾਉਣ ਦਾ ਯਤਨ ਕੀਤਾ। ਇੱਦਾਂ ਬਾਣੀ 'ਚ ਪੱਖ ਨਹੀਂ। ਵੱਖਰੀ ਗੱਲ ਹੈ ਕਿ ਸਾਡੇ ਬਹੁਤ ਅਗਿਆਨੀ ਲੋਕਾਂ ਨੇ ਇਹਨੂੰ ਗੁਰਮਤ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਵੀ ਸ਼ਾਇਦ ਗੁਰਮਤ ਇਹ ਗੱਲ ਕਹਿੰਦੀ ਆ, ਸ਼ਾਇਦ ਗੁਰਮਤ ਹੀ ਇਸ ਗੱਲ 'ਤੇ ਮੋਹਰ ਲਾਉਂਦੀ ਆ। ਅਸੀਂ ਵਿਸ਼ਾ ਵਸਤੂ ਨਹੀਂ ਸਮਝਿਆ ਵੀ ਇਹਦੇ ਵਿੱਚ ਸਾਨੂੰ ਪਰੋਸ ਕੇ ਕੀ ਦਿੱਤਾ ਹੈ। ਬਾਣੀ ਕਾਵਿ ਰੂਪ 'ਚ ਹੈ। ਇਹ 'ਚ ਕੋਇਲ ਦੀ ਗੱਲ ਕੀਤੀ, ਕੋਇਲ ਦੇ ਰਾਹੀਂ ਸਮਝਾਇਆ ਸਾਨੂੰ, ਕਾਂ ਦੇ ਰਾਹੀਂ ਸਮਝਾਇਆ, ਸੱਪ ਦੇ ਰਾਹੀਂ ਸਾਨੂੰ ਸਮਝਾਇਆ, ਸਰੋਵਰਾਂ ਨਾਲ ਗੱਲਾਂ ਕੀਤੀਆਂ ਨੇ, ਸਮਝਾਇਆ ਇਨਸਾਨ ਨੂੰ। ਕਿੰਨੀਆਂ ਦਲੀਲਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਮਹਾਰਾਜ ਨੇ। ਤੋ 4 ਵਰਨ ਚੌਹਾਂ ਕੇ ਮਰਦਨ, 4 ਵਰਨਾਂ ਦੇ ਜਿਹੜੇ ਇਨਸਾਨ ਅਖਵਾਉਣ ਵਾਲੇ ਸੀ। ਖੱਟ ਦਰਸ਼ਨ ਕਰ ਤਲੀ ਦੇ, ਜਿਹੜੇ ਜਿਨ੍ਹਾਂ ਨੇ 6 ਸ਼ਸਤਰਾਂ ਨੂੰ ਮੂੰਹ ਜਵਾਨੀ ਰੱਟੇ ਮਾਰੇ ਸੀ, ਜਿਹੜੇ ਆਪਣੇ ਆਪ ਨੂੰ
ਫਿਲਾਸਫਰ ਕਹਿੰਦੇ ਸੀ, ਖਟ ਦਰਸ਼ਨ ਕਰ ਤਲੀਰੇ, ਸੁੰਦਰ ਸੁਘਰ ਸਰੂਪ ਸਿਆਣੇ। ਜਿਹੜੇ ਸੁੰਦਰ ਸੁਘੜ ਸੋਹਣੇ ਬਾਂਕੇ ਨੌਜਵਾਨ, ਪੰਚੋਂ ਹੀ ਮੋਹ ਛਲੀਰੇ। ਉਹਨਾਂ ਸਾਰਿਆਂ ਨੂੰ ਪੰਜਾਂ ਨੇ ਛਲਿਆ। ਕਿਤੇ ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀਰੇ। ਹੈ ਕੋਈ ਇਹੋ ਜਿਹਾ ਸੂਰਮਾ ਜਿਹਨੇ ਇਹਨਾਂ ਪੰਜਾਂ ਦੇ ਨਾਲ ਟਾਕਰਾ ਕੀਤਾ ਹੋਵੇ। ਕਹਿੰਦੇ ਜਿਨ ਮਿਲ ਮਾਰੇ ਪੰਚ ਸੂਰਬੀਰ, ਜਿਨ ਪੰਚ ਮਾਰ ਬਦਾਰ ਗੁਦਾਰੇ, ਸੋ ਪੂਰਾ ਇਹ ਕਲੀਰੇ। ਉਹੀ ਇੱਥੇ ਪੂਰਾ ਹੈ ਜਿਹਨੇ ਇਹਨਾਂ ਪੰਜਾਂ ਨੂੰ ਨੱਥ ਪਾਈ ਹੈ। ਇਹ ਪੰਜ ਹੀ ਤੇ ਜਿਹੜੇ ਖੱਜਲ ਕਰਦੇ ਨੇ। ਮੰਨੇ ਮੂੰਹ ਚੋਟਾਂ ਨਾ ਖਾਏ, ਜੇ ਤੂੰ ਆਪਣੇ, ਹੁਣ ਜੇ ਕੰਡੀਸ਼ਨ, ਜੇ ਆ ਕੰਮ ਕਰ ਲਵੇਂ, ਜੇ ਤੂੰ ਆਪਣੇ ਗੁਰੂ ਦੇ ਰਾਹੀਂ ਉਸ ਐਸਾ ਨਾਮ ਨਿਰੰਜਨ ਹੋਏ ਦੇ ਨਾਲ ਸਾਂਝ ਪਾ ਲੈ ਤੇ ਮੂੰਹ ਚੋਟਾਂ ਨਾ ਖਾਏ ਤੇ ਮੰਨੇ ਜੰਮ ਕੇ। ਹੁਣ ਜੰਮ ਆ ਗਿਆ ਨਾ, ਮੰਨੇ ਜੰਮ ਕੇ ਸਾਥ ਨਾ ਜਾਏ, ਫਿਰ ਤੂੰ ਜੰਮ ਦੇ ਨਾਲ ਤੇਰਾ ਵਾਹ ਵਾਸਤਾ ਪਊ। ਤੋ ਸਾਡੇ ਇੱਥੇ ਕਹਾਣੀਆਂ ਇੱਦਾਂ ਦੀਆਂ ਬਣਾਤੀ, ਉਹ ਭਾਈ ਤੈਨੂੰ ਜਮਾਂ ਦੀ ਮਾਰ ਪੈਣੀ। ਬੰਦਾ ਇਹ ਸੋਚੇਗਾ ਵੀ ਸ਼ਾਇਦ ਅੱਗੇ ਮੈਨੂੰ ਜਮਾਂ ਦੀ ਮਾਰ ਪੈਣੀ। ਉਹ ਜਮਾਂ ਦੀ ਮਾਰ ਤੇ ਪੈ ਰਹੀ ਆ। ਜੰਮ ਤੇ ਬੰਦੇ ਨੂੰ ਉਂਗਲਾਂ ਤੇ ਇੱਥੇ ਨਚਾ ਰਹੇ ਆ। ਇੱਥੇ ਜੰਮ ਖੱਜਲ ਨਹੀਂ ਕਰਦੇ ਬੰਦੇ ਨੂੰ। ਇਹ ਆ ਜਿਹੜਾ ਆਵਾਗਮਨ ਇੱਥੇ ਬੰਦੇ ਦਾ ਤੁਰਦਾ, ਪਰ ਧਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਪਰਾਇਆ ਧਨ ਪਰਾਇਆ ਤਨ। ਇਹ ਆਵਾਗਮਨ ਨਹੀਂ ਹੈ। ਕੋਈ ਕਿਸੇ ਦਾ ਘਰ ਵੇਖ ਕੇ ਮਰੀ ਜਾਂਦਾ, ਕੋਈ ਕਿਸੇ ਦਾ ਤਨ ਵੇਖ ਕੇ ਮਰੀ ਜਾਂਦਾ, ਕੋਈ ਕਿਸੇ ਦੀ ਗੱਡੀ ਵੇਖ ਕੇ ਮਰੀ ਜਾਂਦਾ, ਕੋਈ ਕਿਸੇ ਦੀ ਜਾਇਦਾਦ ਵੇਖ ਕੇ ਮਰੀ ਜਾਂਦਾ, ਕੋਈ ਕਿਸੇ ਦਾ ਪੁੱਤਰ ਚੰਗੇ ਘਰ ਵਿਆਹ ਜਾਂਦਾ ਉਹਨੂੰ ਵੇਖ ਕੇ ਮਰੀ ਜਾਂਦਾ। ਪਰ ਧਨ ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ। ਆਵਾਗਮਨ ਫੁਨ ਫੁਨ ਸਕਿੰਟ 'ਚ ਹੋਈ ਜਾਂਦਾ। ਬਾਰ ਬਾਰ ਜੰਮਣ ਮਰਨ ਦੀ ਕਿਰਿਆ ਚੱਲੀ ਜਾਂਦੀ ਹੈ। ਤਾਂ ਜਦੋਂ ਜੇ ਉਹ ਵਿਅਕਤੀ ਆਪਣੇ ਗੁਰੂ ਦੀ ਗੱਲ ਨੂੰ ਸੁਣ ਕੇ ਸਮਝ ਕੇ ਆਪਣੀ ਜ਼ਿੰਦਗੀ 'ਚ ਮੰਨ ਲਵੇ ਤਾਂ ਉਹ ਮੂੰਹ ਚੋਟਾਂ ਨਾ ਖਾਏ। ਉਹਨੂੰ ਫਿਰ ਚੋਟਾਂ ਨਹੀਂ ਖਾਣੀਆਂ ਪੈਣਗੀਆਂ। ਉਹ ਖੱਜਲ ਨਹੀਂ ਹੋਏਗਾ, ਖੁਆਰ ਨਹੀਂ ਹੋਏਗਾ। ਫਿਰ ਆਪਣੀ ਜ਼ਿੰਦਗੀ ਖੂਬਸੂਰਤ ਤਰੀਕੇ ਨਾਲ ਜੂਏਗਾ। ਫਿਰ ਉਹ ਮਾਣ ਨਾਲ ਸਿਰ ਉੱਚਾ ਚੁੱਕ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਬਤੀਤ ਕਰੇਗਾ। ਮੰਨੇ ਮੂੰਹ ਚੋਟਾਂ ਨਾ ਖਾਏ ਤੇ ਮੰਨੇ ਜੰਮ ਕੇ ਸਾਥ ਨਾ ਜਾਏ। ਤੋ ਭਾਗਾਂ ਵਾਲਿਓ, ਆਪਾਂ ਇਹ ਜਿਹੜੀ ਬਾਣੀ ਪੜ੍ਹਦੇ ਵਿਚਾਰਦੇ ਹਾਂ, ਜਿਉਂਦੇ ਜੀ ਜਮਾਂ ਨਾਲੋਂ ਮੈਂ ਆਪਣਾ ਲਿੰਕ ਤੋੜਨਾ ਹੈ। ਇਹਨਾਂ ਨਾਲੋਂ ਨਾਤਾ ਤੋੜ ਕੇ ਮੈਂ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਉਣਾ। ਇਹ ਖੱਜਲ ਕਰਦੇ ਨੇ। ਜਦੋਂ ਬਾਣੀ 'ਚ ਆਖਣਾ ਆਪਣੇ ਮਨ ਨਾਲ ਜੰਗ ਕਰ, ਤਾਂ ਉਹਦਾ ਮਤਲਬ ਸੀ ਆਪਣੇ ਮਨ ਨਾਲ ਜੰਗ ਕਰਨਾ। ਲਾਲਚ ਨਾਲ ਲੜ ਪਾ, ਭਰਾ ਨਾਲ ਨਾ ਲੜੀ। ਕਾਮ ਵਾਸ਼ਨਾਵਾਂ ਨਾਲ ਲੜ ਪਾ, ਹੋਰ ਕਿਤੇ ਲੜਾਈ ਨਾ ਪਾਈ। ਕ੍ਰੋਧ ਨਾਲ ਲੜ ਪਈ, ਹੰਕਾਰ ਨਾਲ ਲੜ ਪਈ, ਜਾ ਕੇ ਗੁਰਦੁਆਰੇ ਲੜਾਈ ਨਾ ਪਾਈ ਕਿ ਮੈਨੂੰ ਸਰੋਪਾ ਨਹੀਂ ਮਿਲਿਆ। ਪਰ ਅਸੀਂ ਕੀ ਕਰਦੇ ਹਾਂ? ਹੰਕਾਰ ਦੇ ਪਿੱਛੇ ਲਾ ਕੇ ਗੁਰਦੁਆਰੇ ਲੜਾਈ ਪਾ ਕੇ ਬਹਿ ਜਾਂਦੇ। ਮੈਂ ਇੰਨੇ ਪੈਸੇ ਦਿੱਤੇ, ਮੈਨੂੰ ਸਰੋਪਾ ਹੀ ਨਹੀਂ ਦਿੱਤਾ ਤੁਸੀਂ। ਲਾਲਚ ਪਿੱਛੇ ਲਾ ਕੇ ਸਕੇ ਸਾਂਢੂ ਉਹਨਾਂ ਦਾ ਵੈਰ ਪੈ ਜਾਂਦਾ। ਇੱਕ ਜਿਹੜਾ ਕਤਲ ਕਰਨ ਤੱਕ ਜਾਂਦੇ ਆ। ਭਰਾ ਕੋਲੋਂ ਖੱਜਲ ਹੋ ਰਿਹਾ। ਕਈਆਂ ਭਰਾਵਾਂ ਨੇ ਸਕਿਆਂ ਭਰਾਵਾਂ ਦੇ ਕਤਲ ਕੀਤੇ, ਭੈਣਾਂ ਭਰਾਵਾਂ ਦੇ ਨਾਲ ਧੋਖੇ ਬੇਈਮਾਨੀਆਂ ਕੀਤੀਆਂ। ਕਿਹਨਾਂ ਪਿੱਛੇ ਲਾ ਕੇ? ਵਕਾਰਾਂ ਦੇ ਪਿੱਛੇ ਲਾ ਕੇ। ਤਾਂ ਇਹ ਜਿਹੜੀ ਬਾਣੀ ਆਪਾਂ ਰੋਜ਼ ਪੜ੍ਹਦੇ ਹਾਂ, ਅੰਮ੍ਰਿਤ ਹੈ। ਇਹਨੂੰ ਪੜ੍ਹੋ, ਸਮਝੋ। ਮੰਨੈ ਸੁਰਤ ਹੋਵੇ ਮਨ ਬੁੱਧ। ਜੇ ਕੋਈ ਵਿਅਕਤੀ ਆਪਣੇ ਗੁਰੂ ਪਰਮੇਸ਼ਰ ਦੀ ਗੱਲ ਨੂੰ ਸੁਣ ਸਮਝ ਕੇ ਆਪਣੇ ਅੰਦਰ ਵਿਚਾਰ ਧਾਰਨ ਕਰ ਲਵੇ, ਐਸਾ ਨਾਮ ਨਿਰੰਜਨ ਹੋਏ ਦੇ, ਤੇ ਸੁਰਤ ਹੋਵੇ, ਉਹਦੀ ਸੁਰਤ ਉੱਚੀ ਹੋਏਗੀ, ਮਨ ਬੁੱਧ, ਉਹਦਾ ਮਨ ਜਾਗ ਪਵੇਗਾ। ਆਓ ਆਪਣੇ ਮਨ ਨੂੰ ਜਗਾਈਏ। ਬਾਣੀ ਜਗਾਉਣ ਆਈ ਸਾਨੂੰ। ਗੁਰਬਾਣੀ ਸਾਨੂੰ ਮਨ ਕਰਕੇ ਜਗਾਉਂਦੀ ਹੈ। ਬੰਦਿਆ ਜਾਗ, ਜਾਗੇਗਾ ਜ਼ਿੰਦਗੀ ਖੂਬਸੂਰਤ ਬਣੇਗੀ ਤੇਰੀ। ਜੇ ਅਸੀਂ ਸਰੀਰ ਦੀ ਨੀਂਦ ਕਰਕੇ, ਸਾਨੂੰ ਪਤਾ ਹੈ ਕਿ ਸਰੀਰ ਇੰਨੇ ਘੰਟੇ ਆਪਾਂ ਸੌਂਦੇ, ਇੰਨੇ ਘੰਟੇ ਆਪਾਂ ਜਾਗਦੇ ਹਾਂ। ਮਨ ਕਰਕੇ ਸੁਚੇਤ ਹੋਣਾ, ਆਪਾਂ ਹਮੇਸ਼ਾ ਜਾਗਦੇ ਰਹਿਣਾ। ਮਨ ਕਰਕੇ ਜਾਗਾਂਗੇ, ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਾਂਗੇ। ਅੱਜ ਮਨ ਕਰਕੇ ਸੁੱਤੇ ਪਏ ਹਾਂ ਅਤੇ ਇਹ ਮਨ ਡਰਾਈਵਰ ਹੈ ਸਾਡੀ ਗੱਡੀ ਦਾ। ਤਾਂ ਇਹਨੂੰ ਆਖਿਆ ਸੀ ਨਾ, ਅੰਧਾ ਆਗੂ ਜੇ ਥੀਏ ਸਭ ਸਾਥ ਮੁਹਾਵੇ। ਇਹ ਜਦੋਂ ਇਹ ਮਨ ਆਗੂ ਆ, ਜਦੋਂ ਇਹ ਅੰਨਾ ਵਾ, ਇਹੋ ਹੀ ਸੁੱਤਾ ਪਿਆ, ਤੇ ਪਿਛਲਾ ਤੁਰਨ ਵਾਲਾ ਸਾਥ ਤੇ ਡੁੱਬੇਗਾ। ਫਿਰ ਹੁਣ ਜਿੱਥੋਂ ਜਿਹਦਾ ਆਗੂ ਹੀ ਕੁਰਾਹੇ ਪੈ ਜਾਏ, ਤੇ ਪਿੱਛੇ ਤੁਰਨ ਵਾਲੇ ਤੇ ਕੁਰਾਹੇ ਪੈਣਾ ਹੀ ਪੈਣਾ। ਅੰਧਾ ਆਗੂ ਜੇ ਥੀ ਹੈ ਸਭ ਸਾਥ ਮੁਹਾਵੇ। ਜਦੋਂ ਆਗੂ ਹੀ ਕੁਰਾਹੇ ਪੈ ਗਿਆ, ਪਿੱਛੇ ਤੁਰਨ ਵਾਲੇ ਤੇ ਆਪਣੇ ਆਪ ਜਾਣਾ। ਕੋਈ ਕਾਉ ਕਪੂਰ ਨਾ ਚੱਖੀ ਦੁਰਗੰਧ ਸਿਖਾਵੇ। ਜੇ ਕਾਂ ਨੂੰ ਕੇਸਰ ਨਹੀਂ ਚੰਗਾ ਲੱਗਦਾ, ਗੰਦਗੀ ਤੇ ਜਾ ਕੇ ਬੈਠਦਾ।
ਕਾਉ ਕਪੂਰ ਨਾ ਚੱਖੀ ਦੁਰਗੰਧ ਸਿਖਾਵੇ, ਹਾਥੀ ਨੀਰ ਨਵਾਲੀਆ ਸਿਰ ਸ਼ਾਰ ਉਡਾਵੇ। ਹਾਥੀ ਨੂੰ ਜਿੰਨਾ ਮਰਜ਼ੀ ਨਵਾਈ ਜਾਓ, ਆਪੇ ਸੁਣ 'ਚ ਫਿਰ ਚਿੱਕੜ ਭਰ ਕੇ ਆਪਣੇ ਤੇ ਪਾ ਲੈਂਦਾ। ਸਿਮਲ ਰੁੱਖ ਸਰੇਵੀਏ ਫਲ ਹੱਥ ਨਾ ਆਵੇ। ਜਿੰਨਾ ਮਰਜ਼ੀ ਸਿਮਲ ਰੁੱਖ ਨੂੰ ਪਾਣੀ ਪਾਈ ਜਾਏ, ਉਹਦੇ ਫਲ ਕਿਤੇ ਤੁਹਾਡੇ ਹੱਥ ਥੋੜ੍ਹਾ ਆ ਜਾਣੇ, ਤੁਹਾਨੂੰ ਤੁਹਾਡੇ ਉਹ ਕਿਤੇ ਕੰਮ ਥੋੜ੍ਹਾ ਆ ਜਾਣੇ। ਸਿਮਲ ਰੁੱਖ ਸਰੇਵੀਏ ਫਲ ਹੱਥ ਨਾ ਆਵੇ। ਤੋ ਕਿੰਨੇ ਪਿਆਰੇ ਸ਼ਬਦ ਵਰਤੇ। ਨਿੰਦਕ ਨਾਮ ਵਿਹੂਣਿਆ ਸਤ ਸੰਗ ਨਾ ਪਾਵੇ। ਨਿੰਦਕ ਨੂੰ, ਸੱਚ ਤੋਂ ਸਖਣੇ ਨੂੰ, ਨਿੰਦਕ ਨਾਮ ਵਿਹੂਣਿਆ ਸਤ ਸੰਗ ਨਾ ਪਾਵੇ। ਸਤ ਦੀ ਸੰਗਤ ਨਹੀਂ ਪਾਉਂਦੀ, ਚੰਗੀ ਨਹੀਂ ਲੱਗਦੀ। ਆਓ ਆਪਣੇ ਮਨ ਨੂੰ ਜਗਾਈਏ। ਕਬੀਰ ਪਾਪੀ ਭਗਤ ਨਾ ਭਾਵੇ। ਜਿਹਦੇ ਅੰਦਰ ਮਾੜੀ ਸੋਚ ਹੁੰਦੀ ਹੈ, ਮਾੜੀ ਸੋਚ ਵਾਲੇ ਬੰਦੇ ਨੂੰ ਭਗਤੀ ਭਾਵ ਗੁਣ ਚੰਗਿਆਈ ਨਹੀਂ ਚੰਗੀ ਲੱਗਦੀ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਹਰੀ ਦੀ ਪੂਜਾ ਨਹੀਂ ਚੰਗੀ ਲੱਗਦੀ, ਹਰ ਪੂਜਾ ਨਾ ਸੁਹਾਏ। ਅੱਜ ਨੂੰ ਪੁਜਾਰੀ ਕਿਹਾ ਜਾਂਦਾ ਨਾ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਸਿੱਖ ਮਾਣ ਨਾ ਕਹਿੰਦਾ ਮੈਂ ਪੁਜਾਰੀ ਹਾਂ, ਪਰ ਕਿਹਦਾ? ਉਹ ਠਾਕੁਰ ਦਾ ਪੁਜਾਰੀ ਹਾਂ। ਉਹਦਾ ਰਮਿਆ ਹੋਇਆ ਮੇਰੇ ਅੰਦਰ ਬੈਠਾ, ਉਹਦਾ ਪੁਜਾਰੀ ਹਾਂ। ਹਾਂ, ਉਹ ਪੁਜਾਰੀ ਮਾਰੇ ਹੋਣਗੇ ਜਿਹੜੇ ਬੰਦਿਆਂ ਦੇ ਪੁਜਾਰੀ ਹੋਣਗੇ, ਜਿਹੜੇ ਬੰਦਿਆਂ ਦੇ ਸੋਹਲੇ ਗਾਉਂਦੇ ਹੋਣਗੇ, ਪਰ ਬਾਣੀ 'ਚ ਆਖਿਆ ਠਾਕੁਰ ਕਾ ਸੇਵਕ ਸਦਾ ਪੁਜਾਰੀ। ਹੁਣ ਸਮਾਂ ਨਹੀਂ ਕਿ ਆਪਾਂ ਇਹ 'ਤੇ ਲੰਬੀ ਵਿਚਾਰ ਕਰੀਏ। ਆਉਣ ਵਾਲੇ ਸਮਾਂ 'ਚ ਆਪਾਂ ਇਹਦੇ ਬਾਰੇ ਵਿਚਾਰ ਕਰਾਂਗੇ ਵੀ ਪੁਜਾਰੀ ਕਿਹਨੂੰ ਕਿਹਾ। ਪੁਜਾਰੀ ਕੌਣ ਹੈ? ਪੁਜਾਰੀ ਜਿਹੜਾ ਉਹਦੀ ਪੂਜਾ ਕਰਦਾ। ਕਿਹਦੀ ਪੂਜਾ ਕਰਦਾ? ਤੇਰਾ ਨਾਮ ਕਰੀ ਚੰਨਾਠੀਆ, ਜਿਹੜਾ ਉਹਦੇ ਨਾਮ ਨੂੰ ਚੰਦਨ ਦੀ ਲੱਕੜ ਬਣਾਉਂਦਾ। ਜੇ ਮਨ ਉਰਸਾ ਹੋਏ, ਆਪਣੇ ਮਨ ਨੂੰ ਉਹ ਉਰਸਾ ਬਣਾਉਂਦਾ, ਉਹ ਪੱਥਰ ਬਣਾਉਂਦਾ ਜੇ ਤੇ ਉਹ ਰਗੜਿਆ ਜਾਂਦਾ ਹੈ। ਤੇਰਾ ਨਾਮ ਕਰੀ, ਜਿਹਦੇ ਉੱਤੇ ਚੰਦਨ ਨੂੰ ਘਸਾਉਂਦਾ ਹੈ, ਆਪਣੇ ਮਨ ਨੂੰ ਉਹ ਸਿਰ ਬਣਾਉਂਦਾ ਹੈ। ਤੇਰਾ ਨਾਮ ਕਰੀ ਚੰਨਾਠੀਆ, ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇਰਲੇ, ਉਹ ਆਪਣੇ ਕਰੈਕਟਰ ਨੂੰ ਕੁੰਗੂ ਬਣਾਉਂਦਾ ਹੈ। ਘਾਟੇ ਅੰਤਰ ਪੂਜਾ ਹੋਏ, ਪੂਜਾ ਕੀਚੇ ਨਾਮ ਧਿਆਈ ਹੈ। ਇਹਦਾ ਪੁਜਾਰੀ ਬਣਨਾ ਸਿੱਖ ਨੇ। ਇਹ ਪੁਜਾਰੀ ਹੈ ਜੀ, ਇਹ ਪੁਜਾਰੀ ਹੈ ਜੀ। ਕਿਹੜਾ ਪੁਜਾਰੀ ਹੈ ਵੇ? ਬਾਣੀ 'ਤੇ ਮਾਣ ਨਾ ਕਹਿੰਦੇ, ਹਿੱਕ 'ਤੇ ਹੱਥ ਠੋਕ ਕੇ ਕਹੋ ਕਿ ਮੈਂ ਪੁਜਾਰੀ ਹਾਂ। ਕਿਹਦਾ? ਪੂਜਾ ਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਸਿੱਖ ਪੁਜਾਰੀ ਉਹਦਾ ਜਿਹੜਾ ਰਮਿਆ ਹੋਇਆ ਹੈ। ਹਾਂ, ਉਹ ਗਲਤ ਹੋ ਸਕਦਾ ਜਿਹੜਾ ਬਾਬਿਆਂ ਦੇ ਸੋਹਲੇ ਗਾਉਂਦਾ ਹੋਵੇ, ਜਿਹੜਾ ਬੰਦਿਆਂ ਦੇ ਨਾਲ ਸੋਹਲੇ ਖਾਉਂਦਾ ਹੋਵੇ। ਗੁਰੂ ਨੂੰ ਜੋ ਮਰਜ਼ੀ ਕਹੀ ਜਾਓ, ਕੋਈ ਪਰਵਾਹ ਨਹੀਂ, ਪਰ ਬਾਬੇ ਨੂੰ ਮੰਦਾ ਨਾ ਬੋਲੀ, ਕਿਉਂਕਿ ਮੈਂ ਬਾਬੇ ਦਾ ਪੁਜਾਰੀ ਹਾਂ। ਉਹ ਗਲਤ ਹੋ ਜਿਹੜੇ ਟੱਲੀਆਂ ਖੜਕਾਉਂਦੇ ਨੇ, ਜਿਹੜੇ ਆਰਤੀਆਂ ਕਰਦੇ ਨੇ, ਜਿਹੜੇ ਆ ਬੱਕਰੇ ਝੜਕਾਉਂਦੇ ਆਪਣੇ ਗੁਰੂ ਦੀ ਹਜ਼ੂਰੀ ਵਿੱਚ। ਪਰ ਸਿੱਖ ਤੇ ਮਾਣ ਨਾ ਕਹਿੰਦਾ ਮੈਂ ਉਹਦਾ ਪੁਜਾਰੀ ਹਾਂ। ਵਿਪਰਵਾਦ ਸ਼ਬਦ ਹੈ। ਵਿਪਰੀਤ, ਜਿਹੜਾ ਗੁਰੂ ਤੋਂ ਉਲਟ ਕੰਮ ਕਰਨਾ, ਗੁਰੂ ਦੀ ਵਿਚਾਰ ਤੋਂ ਪਾਸਾ ਕਰ ਲੈਣਾ। ਜਬਲਾ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਕੀ ਪ੍ਰਤੀਤ। ਤਾਂ ਫਿਰ ਗੱਲ ਨੂੰ ਸਮਝਣਾ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਜਿਹੜਾ ਠਾਕੁਰ ਦਾ ਸੇਵਕ ਹੈ ਉਹ ਸਦਾ ਹੀ ਪੁਜਾਰੀ ਹੁੰਦਾ। ਉਹ ਰਾਤ ਸੌਂਦਾ ਉਦੋਂ ਵੀ ਪੂਜਾ ਹੁੰਦੀ, ਜਦੋਂ ਦਿਨੇ ਜਾਗਦਾ ਕੰਮ ਕਰਦਾ ਉਦੋਂ ਵੀ ਪੂਜਾ ਹੁੰਦੀ। ਉਹ ਤੇ ਊਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰਗੇ। ਉਹ ਤਾਂ ਟਰੱਕ ਚਲਾਉਂਦੇ ਆ, ਬੱਸ ਚਲਾਉਂਦੇ ਆ, ਬੈਂਕ ਵਿੱਚ ਜੋਬ ਕਰਦੇ ਆ, ਪੁਲਿਸ ਦੀ ਨੌਕਰੀ ਕਰਦੇ ਆ, ਕਿਸੇ ਹੌਸਪੀਟਲ ਜੋਬ ਕਰਦੇ ਆ, ਕਿਸੇ ਫੈਕਟਰੀ ਕਾਰਖਾਨੇ 'ਚ ਕੰਮ ਕਰਦੇ ਆ, ਘਰ 'ਚ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਆ। ਉਹ ਤਾਂ ਕਹਿੰਦਾ ਮੈਂ ਤਾਂ ਪੂਜਾ ਹਰ ਵਕਤ ਹੀ ਕਰਦਾ। ਜਦੋਂ ਮੇਰੇ ਉਹ ਅੰਦਰ ਬੈਠਾ ਤਾਂ ਪੂਜਾ ਆਪਣੇ ਆਪ ਚੱਲੀ ਜਾਂਦੀ। ਫਿਰ ਤੋਂ ਪੂਜਾ ਕੀ 'ਚ ਨਾਮ ਧਿਆਈ ਹੈ, ਬਿਨ ਨਾਮ ਹੈ ਪੂਜ ਨਾ ਹੋਏ। ਉਹ ਕਹਿੰਦਾ ਭਾਈ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਆਪਣੇ ਆਪ ਹੀ ਪੂਜਾ ਹੋ ਜਾਂਦੀ ਹੈ। ਮੈਨੂੰ ਵੱਖਰੀਆਂ ਟੱਲੀਆਂ ਖੜਕਾਉਣ ਦੀ ਲੋੜ ਨਹੀਂ ਪੈਂਦੀ। ਤੇਰਾ ਨਾਮ ਕਰੀ ਚੰਨਾਠੀਆ, ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇਰਲ ਹੈ। ਘਾਟੇ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਧਿਆਈ ਹੈ। ਨਾਮ ਕੀ ਹੈ? ਸੱਚ। ਸੱਚ ਨਾਲ ਜੁੜਨਾ ਹੀ ਉਹਦੀ ਪੂਜਾ ਹੈ। ਅਤੇ ਫਿਰ ਮਾਣਨਾ ਕਹਿੰਦੇ ਠਾਕੁਰ ਕਾ ਸੇਵਕ ਸਦਾ ਪੁਜਾਰੀ। ਠਾਕੁਰ ਦਾ ਸੇਵਕ ਸਦਾ ਹੀ ਉਹਦੀ ਪੂਜਾ ਕਰਦਾ, ਸਦਾ ਪੁਜਾਰੀ ਹੈ। ਤਾਂ ਪਾਤਸ਼ਾਹ ਜੀ ਇੱਥੇ ਜਿਹੜੀ 13 ਨੰਬਰ ਪੌੜੀ 'ਚ ਵਿਚਾਰ ਬਖਸ਼ਿਸ਼ ਕਰਨੇ, ਮੰਨੈ ਸੁਰਤ ਹੋਵੈ ਮਨ ਬੁੱਧ। ਜੇ ਆਪਣੇ ਗੁਰੂ ਦੇ ਉਪਦੇਸ਼ ਨੂੰ ਮੰਨ ਲਵੇ ਅਤੇ ਸਮਝ ਆ ਜਾਵੇ ਵੀ ਐਸਾ ਨਾਮ ਨਿਰੰਜਨ ਹੋਏ, ਆਹ ਚਿੱਤ ਰੱਖਣਾ ਹੈ, ਐਸਾ ਨਾਮ ਨਿਰੰਜਨ ਹੋਏ। ਮੰਨੈ ਸੁਰਤ ਹੋਵੈ, ਸੁਰਤ ਹੋ ਗਈ, ਉੱਚੀ ਹੋ ਗਈ ਸੁਰਤ। ਸੁਰਤ ਉੱਚੀ ਚੁੱਕਣੀ ਆਪਣੀ। ਅੱਜ ਸੁਰਤ ਬੜੀ ਨੀਵੀਂ ਹੈ। ਸੁਰਤ ਨੀਵੀਂ ਕਰਕੇ ਧੀ ਮਾਰਦੇ, ਸੁਰਤ ਨੀਵੀਂ ਕਰਕੇ ਠੱਗੀਆਂ ਮਾਰਦੇ, ਸੁਰਤ ਨੀਵੀਂ ਕਰਕੇ ਧੋਖਾ ਕਰਦੇ। ਸੁਰਤ ਉੱਚੀ ਚੁੱਕਣੀ ਹੈ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਾਵਨੀ ਕੀ ਸੋ। ਜਦੋਂ ਸੁਰਤ ਉੱਚੀ ਹੋ ਗਈ ਫਿਰ ਸਾਰਿਆਂ ਭਾਵਨਾ 'ਚ ਆਪਣੇ ਆਪ ਦਿਸ ਬਣਾਓ। ਅਤੇ ਮੰਨੇ ਮੂੰਹ ਝੋਟਾ ਨਾ ਖਾਏ। ਫਿਰ ਚੋਟ ਕਿੱਦਾਂ ਖਾਏਗਾ? ਜਦੋਂ ਸੁਰਤ ਹੀ ਉੱਚੀ ਹੋ ਗਈ, ਚੋਟ ਕਿੱਦਾਂ ਖਾਏਗਾ ਉਹ? ਅਤੇ ਮੰਨੇ ਜਮ ਕੇ
ਸਾਥ ਨਾ ਜਾਏ, ਫਿਰ ਜਮਾਂ ਨਾਲ ਕਿੱਦਾਂ ਨਾਤਾ ਜੁੜ ਜਾਏਗਾ, ਜਮਾਂ ਨਾਲੋਂ ਲਿੰਕ ਆਪੇ ਟੁੱਟ ਜਾਣਾ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਜੇ ਕੋਈ ਮਨ ਵਿੱਚ ਆਪਣੇ ਗੁਰੂ ਪਰਮੇਸ਼ਰ ਦੀ ਗੱਲ ਨੂੰ ਪੱਕਿਆਂ ਕਰ ਲਵੇ ਕਿ ਐਸਾ ਨਾਮ ਨਿਰੰਜਨ ਹੋਏ, ਉਹਦੀ ਫਿਰ ਸੋਚ ਉੱਚੀ ਹੋ ਜਾਂਦੀ ਹੈ। ਆਓ ਇਹ 13 ਨੰਬਰ ਪੌੜੀ ਤੱਕ ਆਪਾਂ ਵਿਚਾਰ ਸਰਵਣ ਕੀਤੀ ਹੈ, ਸਾਂਝੀ ਕੀਤੀ ਹੈ। ਪੜ੍ਹੋ, ਸਮਝੋ, ਵਿਚਾਰੋ, ਅਤੇ ਆਉਣ ਵਾਲੇ ਸਮੇਂ 'ਚ ਆਪਾਂ ਫਿਰ ਅਗਲੀਆਂ ਪੌੜੀਆਂ ਦੀ ਵਿਚਾਰ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ। ਸਹਿਜ ਪਾਠ ਕਰੋ ਸਾਧ ਸੰਗਤ ਜੀ, ਗੁਰੂ ਦੀ ਬਾਣੀ ਆਪ ਪੜ੍ਹੋ। ਇੰਨੇ ਕਹਿਣ ਨਾਲ ਖਹਿੜਾ ਨਹੀਂ ਛੁੱਟਣਾ ਵੀ 550 ਸਾਲ ਗੁਰੂ ਦੇ ਨਾਲ ਨਾ, ਗੁਰੂ ਦੇ ਨਾਲ ਤੇ ਇੱਕ ਪਲ ਬਿਤਾਇਆ ਹੋਵੇ ਨਾ, ਉਹ ਵੀ ਅਸਰ ਵਿਖਾਉਂਦਾ ਹੈ। 550 ਸਾਲ ਇਹਦਾ ਫੱਟਿਆਂ 'ਤੇ ਲਿਖਾਉਣ ਨਾਲ ਗੱਲ ਨਹੀਂ ਬਣੀ, ਗੇਟ 'ਤੇ ਲਿਖਾਤਾ 550 ਸਾਲ ਗੁਰੂ ਦੇ ਨਾਲ। ਅਤੇ ਜੇ ਗੁਰੂ ਪੁੱਛ ਲਵੇ 550 ਸਾਲ ਦਾ ਦਾਅਵਾ ਕਰਨ ਵਾਲਿਆ, ਗੱਲਾਂ ਤਾਂ ਤੈਨੂੰ 3 ਨਹੀਂ ਪਤਾ। ਜੇ 5-7 ਸਵਾਲ ਹੀ ਸਾਨੂੰ ਜਪਜੀ ਸਾਹਿਬ ਬਾਰੇ ਕੋਈ ਪੁੱਛ ਲਵੇ, ਕੀ ਪਤਾ ਹੈ ਸਾਨੂੰ, ਨਹੀਂ ਪਤਾ। ਆਓ ਪੜ੍ਹੋ, ਸਹਿਜ ਪਾਠ ਕਰੋ, ਅਰਥਾਂ ਸਹਿਜ ਬਾਣੀ ਸਮਝੋ ਅਤੇ ਆਪਣੀ ਜ਼ਿੰਦਗੀ 'ਚ ਲਾਗੂ ਕਰਨ ਦੀ ਕੋਸ਼ਿਸ਼ ਕਰੋ। ਭੇਖੀਆਂ ਗੜੀ ਮੱਥੇ ਨਾ ਟੇਕੋ, ਆਪ ਬਾਣੀ ਪੜ੍ਹੋ, ਆਪ ਗੁਰੂ ਦੀ ਵਿਚਾਰ ਦੇ ਨਾਲ ਸਾਂਝ ਪਾਓ। ਸਾਰਿਆਂ ਦਾ ਧੰਨਵਾਦ। ਇੰਨੇ ਕੁ ਬਚਨ ਪ੍ਰਵਾਨ ਕਰਨੇ ਜੀ। ਅਦਬ ਸਤਿਕਾਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ